ਸਰ ਆਪਣਾ ਵਿਸ਼ਾ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਕਰਪਸ਼ਨ ਦਾ ਬੋਲਬਾਲਾ, ਲੋਕਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ ਹੈ ਨਾ। ਲੇਕਿਨ ਜਦੋਂ ਕੁਝ ਲੋਕ ਗੱਲ ਕਰਦੇ ਨੇ ਤਾਂ ਉਹ ਕਹਿੰਦੇ ਨੇ ਕਿ ਜਿਹੜੇ ਪੁਰਾਣੇ ਸਿਆਸਤਦਾਨ ਹੁੰਦੇ ਸੀ ਉਹ ਬਹੁਤ ਇਮਾਨਦਾਰ ਸੀ, ਉਹ ਬਹੁਤ ਲੋਕਾਂ ਦੀ ਫੇਵਰ ਕਰਦੇ ਸੀ। ਤਾਂ ਤੁਸੀਂ ਕਿਉਂਕਿ ਤੁਹਾਡਾ ਤਜਰਬਾ ਹਿਸਟਰੀ ਨਾਲ ਵੀ ਹੈ ਤੇ ਤੁਸੀਂ ਪ੍ਰੈਕਟੀਕਲੀ ਬਹੁਤ ਕੁਝ ਦੇਖਿਆ ਸਿਆਸਤ ਬਾਰੇ, ਤਾਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੇ ਮੌਜੂਦਾ ਸਿਆਸਤਦਾਨ ਜ਼ਿਆਦਾ ਕਰਪਟ ਨੇ ਜਾਂ ਪੁਰਾਣੇ ਵੀ ਇੱਦਾਂ ਦੇ ਸੀ? ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੁਹਾਡੇ ਸਰੋਤਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੀ ਉਮਰ ਤਕਰੀਬਨ 80 ਸਾਲ ਤੋਂ ਉੱਪਰ ਹੈ ਜੀ। ਮੈਂ ਬਹੁਤ ਚੀਫ ਮਿਨਿਸਟਰ ਦੇਖੇ ਆ, ਫਿਰ ਇਤਿਹਾਸ ਵੀ ਪੜ੍ਹਿਆ, ਫਿਰ ਇਤਿਹਾਸ ਪੜ੍ਹਾਇਆ ਵੀ ਹੈ ਜੀ। ਸਭ ਤੋਂ ਨਾਲਾਇਕ, ਕਰਪਟ, ਡਿਸਓਨੈਸਟ, ਝੂਠੇ ਜਿੰਨੇ ਚੀਫ ਮਿਨਿਸਟਰ ਪੰਜਾਬ ਦੇ ਆਏ ਆ ਜੀ, ਉਹ ਆਏ ਸਵਾਰਥੀ, ਟੋਟਲੀ ਸਵਾਰਥੀ ਜੀ। ਕੋਈ ਵੀ ਇੱਕ ਚੀਫ ਮਿਨਿਸਟਰ ਐਸਾ ਨਹੀਂ ਆਇਆ ਪੰਜਾਬ ਦੇ ਵਿੱਚ। ਜਿਹੜਾ ਇੱਕ ਚੀਫ ਮਿਨਿਸਟਰ ਸੀ ਜੀ, ਭੀਮ ਸੈਨ ਸੱਚਰ ਜੀ, ਮੈਂ ਮੈਂ ਉਸ ਦੀ ਬਾਇਓਗ੍ਰਾਫੀ ਵੀ ਇੱਕ ਵਾਰੀ ਉਸ ਦਾ ਰਿਵਿਊ ਕੀਤਾ ਸੀ ਇੰਗਲਿਸ਼ ਟ੍ਰਿਬਿਊਨ ਦੇ ਲਈ। ਠੀਕ ਹੈ ਜੀ। ਉਹਨੂੰ ਮੈਂ ਉਸ ਵੇਲੇ ਯੰਗ ਏਜ ਸੀਗਾ, ਉਸ ਪੀਰੀਅਡ ਮੈਂ ਦੇਖਿਆ। ਇੱਕ ਉਸ ਬੰਦੇ ਤੋਂ ਗਲਤੀ ਹੋਈ ਬਤੌਰ ਚੀਫ ਮਿਨਿਸਟਰ ਕਿ ਉਸ ਨੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਉਸ ਵੇਲੇ ਪੁਲਿਸ ਐਂਟਰ ਕਰ ਗਈ ਜੀ। ਉਸ ਬੰਦੇ ਨੇ ਉਸੇ ਵੇਲੇ ਮਤਲਬ ਸਾਰੀ ਪਬਲਿਕ ਦੇ ਵਿੱਚ ਸਮੂਹ ਜਿਹੜੀ ਸਾਰਾ ਪੰਜਾਬ ਦੇ ਵਿੱਚ ਜਾ ਕੇ ਮਾफ़ੀ ਮੰਗੀ ਕਿ ਮੇਰੇ ਤੋਂ ਇਹ ਬਹੁਤ ਵੱਡੀ ਗਲਤੀ ਹੋ ਗਈ, ਠੀਕ ਹੈ ਜੀ, ਮੈਨੂੰ ਬਖਸ਼ ਲਿਆ ਜਾਵੇ ਜੀ। ਲੇਕਿਨ ਉਹ ਆਦਮੀ ਬਹੁਤ ਇਮਾਨਦਾਰ ਸੀ। ਉਹ ਇੱਕ ਕੱਟੜ ਆਰੀਆ ਸਮਾਜੀ ਸੀ, ਪਰ ਉਸ ਦੇ ਵਿੱਚ ਇੱਕ ਬੜੇ ਗੁਣ ਸੀ ਕਿ ਉਸਨੇ ਇੱਕ ਪੈਸਾ ਵੀ ਕਦੇ ਰਿਸ਼ਵਤ ਨਹੀਂ ਲਿੱਤੀ। ਉਸ ਦੇ ਨਾਲ ਹੀ ਇੱਕ ਹੋਰ ਭਾਰਗੋ ਸੀਗਾ, ਉਹ ਰਿਸ਼ਵਤਖੋਰ ਆਦਮੀ ਸੀਗਾ। ਤੋ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਕੰਟੈਸਟ ਸੀ, ਜਿਵੇਂ ਦੋ ਗਰੁੱਪ ਬਣੇ ਹੋਏ ਸੀ। ਉਸ ਵੇਲੇ ਕਾਂਗਰਸ ਦਾ ਹੀ ਬੋਲਬਾਲਾ ਹੁੰਦਾ ਸੀ, ਹੋਰ ਤਾਂ ਕਿਸੇ ਪਾਰਟੀ ਦੀ ਇੰਨੀ ਔਕਾਤ ਹੈ ਨਾ ਸੀ। ਠੀਕ ਹੈ ਜੀ। ਉਸ ਦੀ ਜ਼ਿੰਦਗੀ ਦੀ ਇੱਕ ਬੜੀ ਖੂਬਸੂਰਤ ਗੱਲ ਆ, ਉਹ ਆਰੀਆ ਸਮਾਜੀਆਂ ਦਾ ਇੱਕ ਇਸ ਕਿਸਮ ਦਾ ਉਹਨਾਂ ਦੀ ਭਾਵਨਾਵਾਂ ਹੈਗੀਆਂ, ਇਸ ਕਿਸਮ ਦਾ ਉਹਨਾਂ ਦਾ ਵਿਸ਼ਵਾਸ ਆ ਕਿ ਅਖੀਰਲੀ ਉਮਰ ਦੇ ਵਿੱਚ ਤੁਸੀਂ ਸਾਰਾ ਕੁਝ ਛੱਡ ਕੇ ਜੰਗਲਾਂ ਦੇ ਵਿੱਚ ਚਲੇ ਜਾਣਾ। ਠੀਕ ਹੈ ਜੀ। ਭੀਮ ਸੈਨ ਸੱਚਰ ਨੇ ਐਗਜ਼ੈਕਟਲੀ ਉਹੀ ਗੱਲ ਕੀਤੀ। ਚੀਫ ਮਿਨਿਸਟਰੀ ਛੱਡ ਕੇ ਉਸ ਤੋਂ ਬਾਅਦ ਉਸਨੇ ਮਤਲਬ ਪਤਾ ਹੀ ਨਹੀਂ ਕਿੱਥੇ ਚਲੇ ਗਏ, ਤੇ ਉਹਨਾਂ ਦਾ ਅੰਤ ਕਿਵੇਂ ਹੋਇਆ ਕਿਸੇ ਨੂੰ ਅੱਜ ਤੱਕ ਨਹੀਂ ਪਤਾ ਜੀ। ਜਿਹੜਾ ਉਹਨਾਂ ਦਾ ਬੇਟਾ ਸੀ ਰਜਿੰਦਰ ਸੱਚਰ, ਉਹ ਤੁਹਾਨੂੰ ਪਤਾ ਵੀ ਦਿੱਲੀ ਹਾਈ ਕੋਰਟ ਦਾ ਸਿਟਿੰਗ ਜੱਜ ਸੀ ਔਰ ਬਹੁਤ ਹੀ ਇਮਾਨਦਾਰ ਇਨਸਾਨ ਸੀ। ਔਰ ਮਾਈਨੋਰਿਟੀ ਸੱਚਰ ਕਮਿਸ਼ਨ ਦੀ ਤੁਹਾਨੂੰ ਪਤਾ ਰਿਪੋਰਟ ਮੁਸਲਮਾਨਾਂ ਦੇ ਹੱਕ ਦੇ ਵਿੱਚ ਆ। ਕੁਲਦੀਪ ਨਈਅਰ ਉਹਨਾਂ ਦਾ ਸਨ-ਇਨ-ਲਾ ਸੀ ਜੀ, ਜਿਹੜਾ ਬਹੁਤ ਮਸ਼ਹੂਰ ਜਰਨਲਿਸਟ ਸੀਗਾ। ਉਹ ਮੈਨੂੰ ਪਰਸਨਲੀ ਜਾਣਦੇ ਸੀ, ਮੇਰੇ ਕੋਲ ਆਉਂਦੇ ਜਾਂਦੇ ਵੀ ਸੀ ਕੁਲਦੀਪ ਨਈਅਰ। ਤੋ ਮੇਰਾ ਕਹਿਣ ਦਾ ਮਤਲਬ ਆ ਵੀ ਇੱਕ ਹੀ ਚੀਫ ਮਿਨਿਸਟਰ ਹੈ ਜਿਸ ਦੀ ਚਾਦਰ ਦੇ ਉੱਤੇ ਕਰਪਸ਼ਨ ਦਾ ਕੋਈ ਦਾਗ ਨਹੀਂ। ਠੀਕ ਹੈ ਜੀ। ਮੈਂ ਇਹ ਨਹੀਂ ਕਹਿੰਦਾ ਵੀ ਮੈਂ ਬਤੌਰ ਸਿੱਖ ਇਹ ਗੱਲ ਕਹਾਂ, ਜਿੰਨੇ ਵੀ ਉਸ ਤੋਂ ਬਾਅਦ ਚੀਫ ਮਿਨਿਸਟਰ ਆਏ ਆ ਅਪ ਟੂ ਦੀ ਪ੍ਰੈਜ਼ੈਂਟ ਵਨ, ਜਿਹੜਾ ਅਮਰਿੰਦਰ ਸਿੰਘ ਪਰਸੋਂ ਗਿਆ ਜੀ, ਉਹ ਸਾਰੇ ਕਰਪਟ ਟੂ ਦੀ ਹਿਲਟ। ਇੱਕ ਮਤਲਬ ਈਡੀਐਮ ਅੰਗਰੇਜ਼ੀ ਦਾ ਵੀ ਹਰ ਪਹਿਲੂ ਉਹਨਾਂ ਦਾ ਕਰਪਸ਼ਨ ਦੇ ਨਾਲ ਭਿੱਜਿਆ ਹੋਇਆ ਸੀ ਜੀ। ਤਾਂ ਉਹਦੇ ਵਿੱਚ ਜਿਹੜੀ ਕਰਪਸ਼ਨ ਮਤਲਬ ਲੈਜੀਟੀਮਾਈਜ਼ ਕੀਤੀ ਹੈਗੀ ਆ, ਉਹ ਪ੍ਰਤਾਪ ਸਿੰਘ ਕੈਰੋਂ ਨੇ ਕੀਤੀ। ਠੀਕ ਹੈ ਜੀ। ਕੈਰੋਂ ਇੱਕ ਬਹੁਤ ਗਰੀਬ ਘਰਾਣੇ ਦਾ ਮਤਲਬ ਜੱਟ ਸਿੱਖ ਸੀ, ਔਰ ਪੋਲੀਟਿਕਸ ਦੇ ਵਿੱਚ ਆ ਕੇ ਉਸਨੇ ਇਸ ਕਿਸਮ ਦੀ ਰਿਸ਼ਵਤਖੋਰੀ ਕੀਤੀ, ਇਸ ਕਿਸਮ ਦੀ ਕਰਪਸ਼ਨ ਕੀਤੀ, ਸਾਰਾ ਟੱਬਰ ਹੀ ਲੱਗ ਗਿਆ। ਅੱਛਾ ਜੀ। ਦੋ ਮੁੰਡੇ ਸੀ ਉਸਦੇ, ਮਤਲਬ 440, ਮਤਲਬ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਿਲ ਆ। ਕੋਈ ਐਸਾ ਫਰੀਦਾਬਾਦ ਲੈ ਲਓ ਤੁਸੀਂ, ਪਟਿਆਲਾ ਲੈ ਲਓ, ਕੋਈ ਹੋਰ ਸ਼ਹਿਰ ਕਸਬਾ ਲੈ ਲਓ ਜਿੱਥੇ ਉਸਨੇ ਆਪਣੀ ਜਾਇਦਾਦ ਨਹੀਂ ਬਣਾਈ। ਠੀਕ ਹੈ ਜੀ। ਤੋ ਉਸਨੇ ਵੀ ਕੁਛ ਨਹੀਂ ਕੀਤਾ। ਸਭ ਤੋਂ ਪਹਿਲਾਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਬਰਬਾਦੀ ਦਾ ਉਸਨੇ ਉਸ ਦਾ ਨੀਂਹ ਰੱਖੀ। ਆ ਜਿਹੜੀਆਂ ਨਹਿਰਾਂ ਚੱਲ ਰਹੀਆਂ ਇਸ ਵੇਲੇ ਜਾ ਰਹੀਆਂ ਰਾਜਸਥਾਨ ਨੂੰ, ਉਸ ਬੰਦੇ ਨੇ ਉਸ ਪੀਰੀਅਡ ਦੇ ਵਿੱਚ ਇਹ ਨਹਿਰਾਂ ਦਿੱਤੀਆਂ ਔਰ ਬੜੀ ਹੁੱਬ ਕੇ ਸ਼ੇਖੀ ਦੇ ਵਿੱਚ ਮਾਰਦਾ ਹੁੰਦਾ ਸੀ, ਦੇਖੋ ਮੈਂ ਰਾਜਸਥਾਨ ਨੂੰ ਨਹਿਰਾਂ ਦੇ ਦਿੱਤੀਆਂ, ਮੈਂ ਰਾਜਸਥਾਨ ਨੂੰ ਹਰਿਆਵਲਾ ਕਰ ਦਿੱਤਾ, ਮੈਂ ਰਾਜਸਥਾਨ ਨੂੰ ਪਾਣੀ ਦੇ ਦਿੱਤਾ। ਟੋਟਲੀ ਅਨਕਨਸਟੀਟਿਊਸ਼ਨਲੀ ਔਰ ਮਤਲਬ ਇਲੋਜੀਕਲੀ। ਹਾਲਾਂਕਿ ਪੰਜਾਬ ਨੂੰ ਆਪ ਪਾਣੀ ਚਾਹੀਦਾ ਸੀ,
ਪੰਜਾਬ ਦਾ ਪਾਣੀ ਖੋ ਕੇ ਉਸ ਵੇਲੇ ਲੋਕ ਵਿਚਾਰੇ ਜਿਹੜੇ ਪਤਾ ਨਹੀਂ ਸੀ 1947 ਚ ਮਤਲਬ ਬਹੁਤ ਸਾਰੇ 40% ਤਾਂ ਸਿੱਖਾਂ ਦੀ ਆਬਾਦੀ ਉੱਜੜ ਕੇ ਆਈ ਸੀ। ਉਹਨਾਂ ਨੂੰ ਵਿਚਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਪਾਣੀ ਕਿੱਡੀ ਇੱਕ ਵੱਡਮੁੱਲੀ ਮਤਲਬ ਸਾਡੀ ਜਾਇਦਾਦ ਆ, ਔਰ ਇਸ ਦੇ ਉੱਤੇ ਹੀ ਸਾਡੀ ਖੁਸ਼ਹਾਲੀ ਤੇ ਸਾਡਾ ਜਿਹੜਾ ਫਿਊਚਰ ਆ ਨਿਰਭਰ ਆ। ਪਰ ਉਸ ਆਦਮੀ ਨੇ ਬੜੀਆਂ ਮੈਨੂੰ ਯਾਦ ਆ, ਮੈਂ ਉਸ ਵੇਲੇ ਯੰਗ ਸੀ, ਬੜੀਆਂ ਹੁੱਬ ਹਵਾ ਕੇ ਗੱਲਾਂ ਕਰਨੀਆਂ ਵੀ ਮੈਂ ਪਾਣੀ ਦੇ ਦਿੱਤਾ, ਹੁਣ ਉੱਥੇ ਸਾਨੂੰ ਜ਼ਮੀਨਾਂ ਦੇ ਦੇਣਗੇ ਰਾਜਸਥਾਨ ਦੇ ਲੋਕ, ਔਰ ਇੱਥੋਂ ਜਾ ਕੇ ਲੋਕ ਉੱਥੇ ਬੜੇ ਖੁਸ਼ਹਾਲ ਹੋ ਜਾਣਗੇ। ਨਾ ਜ਼ਮੀਨਾਂ ਮਿਲੀਆਂ, ਪੰਜਾਬ ਦਾ ਪਾਣੀ ਬਰਬਾਦ ਕਰ ਦਿੱਤਾ, ਔਰ ਉਸ ਬਰਬਾਦੀ ਦੀ ਨੀਂਹ ਪ੍ਰਤਾਪ ਸਿੰਘ ਕੈਰੋਂ ਨੇ ਰੱਖੀ। ਔਰ ਮੈਂ ਤੁਹਾਨੂੰ ਇੱਥੇ ਖਾਸ ਤੌਰ ਤੇ ਗੱਲ ਦੱਸਣਾ, ਉਸ ਦੇ ਖਿਲਾਫ ਇੱਕ ਦਾਸ ਕਮਿਸ਼ਨ ਕਰਪਸ਼ਨ ਚਾਰਜਸ ਤੇ ਲੱਗੇ। ਚੌਧਰੀ ਦੇਵੀ ਲਾਲ ਆਪੋਜੀਸ਼ਨ ਦਾ ਲੀਡਰ ਸੀ ਉਸ ਵੇਲੇ, ਜੁਆਇੰਟ ਪੰਜਾਬ ਹਰਿਆਣਾ ਹਿਮਾਚਲ ਇਕੱਠਾ ਇੱਕ ਸੀ ਟੈਰੀਟਰੀ। ਉਸ ਨੇ ਇਲਜ਼ਾਮ ਲਾਏ। ਇੱਕ ਉਹਨਾਂ ਦੇ ਵਿੱਚੋਂ ਇਲਜ਼ਾਮ ਸੀ ਕਿ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਜਿਹੜੀ ਪਤਨੀ ਸੀ ਉਸਦਾ ਬੀਬੀ ਰਾਮ ਕੌਰ ਉਸ ਦਾ ਨਾਮ ਸੀ ਜੀ, ਉਹ ਪਿੰਡ ਦੇ ਵਿੱਚ ਸਕੂਲ ਦੀ ਟੀਚਰ ਸੀ। ਉਹ ਵੀ ਪ੍ਰੋਪਰਲੀ ਕੁਆਲੀਫਾਈਡ ਨਹੀਂ ਸੀ, ਜਿਵੇਂ ਪਹਿਲਾਂ ਉਸ ਵੇਲੇ ਕੁਆਲੀਫਾਈਡ ਟੀਚਰ ਨਹੀਂ ਸੀ ਮਿਲਦੇ, ਉਹ ਮੇਰਾ ਖਿਆਲ 50-55 ਰੁਪਏ ਤਨਖਾਹ ਲੈਂਦੀ ਸੀ। ਠੀਕ ਹੈ ਜੀ। ਕਿ ਉਸ ਨੇ ਉਸ ਦੀ ਤਨਖਾਹ ਜਿਹੜੀ ਸੀ ਉਸ ਨੂੰ ਚਾਰਜ ਕੀਤਾ ਜਦ ਕਿ ਉਹ ਡਿਊਟੀ ਤੇ ਨਹੀਂ ਗਈ ਸੀ। ਅੱਛਾ, ਜਦ ਕਿ ਉਹ ਡਿਊਟੀ ਤੇ ਨਹੀਂ ਗਈ ਸੀ। ਜਿਹੜੀ ਤਨਖਾਹ ਡੈਫੀਨਿਟਲੀ ਮੈਨੂੰ ਐਗਜ਼ੈਕਟ ਫਿਗਰ ਨਹੀਂ ਯਾਦ, ਪੋਜ਼ਿਟਿਵਲੀ 100% 100 ਰੁਪਏ ਤੋਂ ਘੱਟ ਸੀ ਮਹੀਨੇ ਦੀ। ਠੀਕ ਹੈ ਜੀ, 100 ਰੁਪਏ ਤੋਂ ਘੱਟ ਸੀ। ਖੈਰ ਉਸ ਵੇਲੇ ਪੈਸੇ ਦੀ ਵੈਲਿਊ ਵੀ ਬਹੁਤ ਸੀ। ਹਾਂਜੀ। ਤੋ ਇਹ ਸਾਰਾ ਘਟਨਾਕ੍ਰਮ ਲਗਾਤਾਰ ਚੱਲਦਾ ਆ ਰਿਹਾ ਅਪ ਟੂ ਦੀ ਪ੍ਰੈਜ਼ੈਂਟ ਅਮਰਿੰਦਰ ਸਿੰਘ ਤੱਕ, ਔਰ ਇੱਕ ਪੈਟਰਨ ਸੈੱਟ ਹੋ ਗਿਆ ਕਿ ਔਰ ਉਹ ਖਾਸ ਤੌਰ ਦੇ ਉੱਤੇ ਉਸ ਵੇਲੇ ਇੱਕ ਈਡੀਅਮ ਲੋਕਾਂ ਦੇ ਵਿੱਚ ਸੀ ਕਿ ਸਿੱਖਾਂ ਨੂੰ ਕੁੱਟੋ ਤੇ ਲੁੱਟੋ, ਮਤਲਬ ਕੈਰੋਂ ਸਾਹਿਬ ਵੇਲੇ। ਅੱਛਾ। ਔਰ ਉਹ ਕਹਿੰਦਾ ਹੁੰਦਾ ਸੀ ਵੀ ਮੇਰੀ ਲਾਸ਼ ਦੇ ਉੱਤੇ ਪੰਜਾਬੀ ਸੂਬਾ ਬਣੇਗਾ, ਕੈਰੋਂ ਕਹਿੰਦਾ ਸੀ। ਉਸ ਵੇਲੇ ਸਾਰੇ ਦੂਜੇ ਸੂਬਿਆਂ ਦੇ ਵਿੱਚ ਕਿਉਂਕਿ ਪ੍ਰੋਮਿਸ ਕੀਤਾ ਸੀ ਕਾਂਗਰਸ ਦੀ ਲੀਡਰਸ਼ਿਪ ਨੇ ਪ੍ਰੀ ਪਾਰਟੀਸ਼ਨ ਡੇਜ਼ ਦੇ ਵਿੱਚ ਵੀ ਜਦੋਂ ਪਾਰਟੀਸ਼ਨ ਤੋਂ ਬਾਅਦ ਮੁਲਕ ਸੋ ਕਾਲਡ ਆਜ਼ਾਦ ਹੋ ਜਾਏਗਾ ਤਾਂ ਅਸੀਂ ਇਸ ਮੁਲਕ ਦੇ ਵਿੱਚ ਲਿੰਗੁਇਸਟਿਕ ਬੇਸਿਸ ਦੇ ਉੱਤੇ ਸਟੇਟਾਂ ਦੀ ਡੀਮਾਰਕੇਸ਼ਨ ਕਰਾਂਗੇ ਜੀ। 1956 ਦੇ ਵਿੱਚ ਰੀਆਰਗੇਨਾਈਜੇਸ਼ਨ ਹੋਈ ਹਿੰਦੁਸਤਾਨ ਦੀਆਂ ਸਟੇਟਾਂ ਦੀ ਲਿੰਗੁਇਸਟਿਕ ਬੇਸਿਸ ਦੇ ਉੱਤੇ। ਹੋਰ ਸਾਰੀ ਜਗ੍ਹਾ ਦੇ ਉੱਤੇ ਜ਼ਬਾਨ ਦੇ ਆਧਾਰ ਦੇ ਉੱਤੇ ਸੂਬੇ ਬਣਾ ਦਿੱਤੇ, ਲੇਕਿਨ ਪੰਜਾਬੀ ਜ਼ਬਾਨ ਨੂੰ ਲੀਗਲ ਸਟੇਟਸ ਸੀ, ਲੇਕਿਨ ਪੰਜਾਬੀ ਜ਼ਬਾਨ ਦੇ ਆਧਾਰ ਦੇ ਉੱਤੇ ਸੂਬਾ ਨਹੀਂ ਬਣਾਇਆ ਗਿਆ। ਤਾਂ ਉਸ ਦੇ ਪ੍ਰੋਟੈਸਟ ਦੇ ਵਿੱਚ ਅਕਾਲੀਆਂ ਨੇ ਉਸ ਵੇਲੇ ਐਜੀਟੇਸ਼ਨ ਸ਼ੁਰੂ ਕੀਤਾ ਵੀ ਸਾਨੂੰ ਤੁਸੀਂ ਜੋ ਪ੍ਰੋਮਿਸ ਕੀਤਾ ਸੀ ਔਰ ਜੋ ਤੁਸੀਂ ਕਿਹਾ ਸੀ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਵੀ ਤੁਹਾਨੂੰ ਅਸੀਂ ਲਿੰਗੁਇਸਟਿਕ ਸਟੇਟਾਂ ਦੇਵਾਂਗੇ ਤਾਂ ਕਿ ਇੱਕ ਕਿਸਮ ਦੀ ਆਟੋਨੋਮੀ ਮਿਲ ਸਕੇ ਲੋਕਾਂ ਨੂੰ ਕਲਚਰਲ ਤੇ ਲਿੰਗੁਇਸਟਿਕ ਬੇਸਿਸ ਦੇ ਉੱਤੇ, ਉਹ ਆਪਣਾ ਮਤਲਬ ਆਪਣੇ ਖਿੱਤੇ ਦੇ ਵਿੱਚ ਆਪਣੇ ਕਲਚਰ ਦੇ ਮੁਤਾਬਕ, ਆਪਣੀ ਜ਼ਬਾਨ ਦੇ ਮੁਤਾਬਕ, ਆਪਣੇ ਟ੍ਰੈਡੀਸ਼ਨਸ ਦੇ ਪ੍ਰੈਕਟਿਸਿਸ ਦੇ ਮੁਤਾਬਕ ਆਜ਼ਾਦੀ ਦਾ ਮਾਣ ਸਕਣ, ਉਸ ਦਾ ਸਵਾਦ ਮਾਣ ਸਕਣ। ਤੋ ਲੇਕਿਨ ਉਹਨਾਂ ਨੇ ਪੰਜਾਬੀ ਸਪੀਕਿੰਗ ਸਟੇਟ ਨਹੀਂ ਕਾਰਵਾਈ ਆਊਟ ਕੀਤੀ ਰੀਆਰਗੇਨਾਈਜੇਸ਼ਨ। ਤੋ ਉਸ ਦੇ ਖਿਲਾਫ ਮਤਲਬ ਐਜੀਟੇਸ਼ਨ ਚੱਲਿਆ ਪੰਜਾਬ 'ਚ, ਬਹੁਤ ਭਾਰੀ ਸ਼ਹਾਦਤਾਂ ਹੋਈਆਂ। ਮੈਨੂੰ ਯਾਦ ਆ ਇੱਕ ਛੋਟੇ ਬੱਚੇ ਵੀ ਮਾਰੇ ਗਏ, ਬਹੁਤ ਲੋਕ ਜੇਲ੍ਹਾਂ 'ਚ ਗਏ, ਲੱਖਾਂ ਦੀ ਤਾਦਾਦ ਦੇ ਵਿੱਚ। ਮੈਂ ਉਸ ਵੇਲੇ ਮੇਰਾ ਖਿਆਲ 9ਵੀਂ 10ਵੀਂ 'ਚ ਪੜ੍ਹਦਾ ਸੀ ਤਾਂ ਸਾਡੇ ਪਿੰਡ ਦੇ ਵਿੱਚ ਤਾਂ ਅਖਬਾਰ ਆਉਂਦੇ ਨਹੀਂ ਸੀ, ਉਦੋਂ ਪਿੰਡਾਂ ਦੇ ਵਿੱਚ ਬੜੀ ਅਨਪੜ੍ਹਤਾ ਸੀ। ਮੈਂ ਆਪਣੇ ਪਿੰਡੋਂ ਜਾ ਕੇ ਅਖਬਾਰ ਲਿਆਉਂਦਾ ਹੁੰਦਾ ਸੀ, ਜੈਤੋ ਮੰਡੀ ਤੋਂ ਜਾ ਕੇ। ਉੱਥੇ ਵੀ ਕਦੇ ਅਖਬਾਰ ਆਉਣਾ ਕਦੇ ਨਾ ਆਉਣਾ, ਔਰ ਉੱਥੇ ਵੀ ਅਖਬਾਰ ਜਿਹੜਾ ਸ਼ਾਮ ਨੂੰ 4 ਵਜੇ ਗੱਡੀ ਤੇ ਪਹੁੰਚਦਾ ਸੀ, ਅੰਬਾਲੇ ਛਪਦਾ ਸੀ ਟ੍ਰਿਬਿਊਨ। ਤੋ ਅਖਬਾਰ ਮੈਂ ਹਮੇਸ਼ਾ ਪੜ੍ਹਦਾ ਸੀ। ਤੋ ਇਸੇ ਕਿਸਮ ਦੀ ਮਤਲਬ ਇਹ ਸਾਰੀ ਦਰਬਾਰਾ ਸਿੰਘ ਦੀ ਤੁਸੀਂ ਲੈ ਲਓ, ਦਰਬਾਰਾ ਸਿੰਘ ਨੇ ਪੰਜਾਬ ਦੇ ਪਾਣੀਆਂ ਦੀ ਬਰਬਾਦੀ ਕੀਤੀ ਹੈ ਜੀ। ਕਿਸ ਤਰ੍ਹਾਂ ਬਰਬਾਦੀ ਕੀਤੀ ਹੈ? ਜਿਹੜੇ ਪਾਣੀਆਂ ਦੀ ਮਤਲਬ ਜਿਸ ਕਿਸਮ ਦੀ ਲੁੱਟ ਹੋਈ ਉਸ ਦੇ ਖਿਲਾਫ ਮਤਲਬ ਪ੍ਰੋਟੈਸਟ ਹੋਇਆ ਤਾਂ ਜਨਤਾ ਸਰਕਾਰ ਸੀਗੀ, ਤਾਂ ਜਿਹੜੀ ਲੀਡਰਸ਼ਿਪ ਸੀ ਪੰਜਾਬ ਦੀ, ਉਹਨਾਂ ਨੇ ਕਿਹਾ ਜਾ ਕੇ ਮੁਰਾਰਜੀ ਦੇਸਾਈ ਨੂੰ, ਦੇਖੋ ਜੀ ਗੈਰ ਕਾਨੂੰਨੀ ਢੰਗ ਦੇ ਨਾਲ ਸਾਡੇ ਸੂਬੇ ਦਾ ਪਾਣੀ ਕੱਢ ਕੇ ਦੂਜੇ ਸੂਬਿਆਂ 'ਚ ਲੈ ਗਏ ਆ, ਹਰਿਆਣੇ ਦੇ ਵਿੱਚ ਲੈ ਗਏ, ਰਾਜਸਥਾਨ 'ਚ ਤੇ ਦਿੱਲੀ 'ਚ ਲੈ ਗਏ ਜੀ। ਇੱਥੇ ਖਾਸ ਤੌਰ 'ਤੇ ਮੈਂ ਦੱਸਣਾ ਚਾਹੁੰਦਾ ਕਿ ਜਿਸ ਰੇਸ਼ੋ ਦੇ ਵਿੱਚ ਪਾਣੀ ਜਾਏਗਾ ਇਹ ਕਿਸੇ ਵੀ ਸੂਬੇ ਤੋਂ, ਉਸੇ ਰੇਸ਼ੋ ਦੇ ਵਿੱਚ ਪਨ ਬਿਜਲੀ ਜਾਏਗੀ ਜੀ, ਹਾਈਡਲ ਪਾਵਰ ਜਿਸ ਨੂੰ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ। ਕਿਉਂਕਿ
ਜਿਹੜੀ ਹਾਈਡਲ ਪਾਵਰ ਆ ਬਾਈ ਪ੍ਰੋਡਕਟ ਆ ਪਾਣੀ ਦੀ। ਜਿਸ ਤਰੀਕੇ ਆਪਾਂ ਕਹਿ ਦਈਏ ਵੀ ਜੇ ਤੁਸੀਂ ਮੈਨੂੰ ਦੁੱਧ ਦੇਣਾ ਤਾਂ ਨਾਲ ਘਿਓ ਤਾਂ ਜਾਏਗਾ ਹੀ, ਮੱਖਣ ਵੀ ਜਾਏਗਾ। ਤਾਂ ਇਸੇ ਤਰੀਕੇ ਦੇ ਨਾਲ ਜੇ ਤੁਸੀਂ ਪਾਣੀ ਦੇਣਾ ਤਾਂ ਉਸ ਦੇ ਨਾਲ ਜਿਹੜੀ ਹਾਈਡਲ ਪਾਵਰ ਵੀ ਉਸ ਰੇਸ਼ੋ 'ਚ ਜਾਂਦੀ। ਤਾਂ ਪੰਜਾਬ ਦੀ ਬਰਬਾਦੀ ਹਰ ਪਹਿਲੂ ਤੋਂ, ਚਾਹੇ ਤਾਂ ਐਗਰੀਕਲਚਰ ਲੈ ਲਓ, ਚਾਹੇ ਤੁਸੀਂ ਇੰਡਸਟਰੀ ਲੈ ਲਓ। ਜੇ ਇੰਡਸਟਰੀ ਡਿਵੈਲਪ ਹੋਣੀ ਹੈ ਤਾਂ ਉਸ ਦੇ ਉੱਤੇ ਬਿਜਲੀ ਚਾਹੀਦੀ ਹੈ, ਸਸਤੀ ਬਿਜਲੀ ਹੋਏਗੀ ਤਾਂ ਹੀ ਇੰਡਸਟਰੀ ਡਿਵੈਲਪ ਹੋਏਗੀ। ਜੇ ਸਸਤੀ ਬਿਜਲੀ ਹੋਏਗੀ ਤਾਂ ਹੀ ਟਿਊਬਵੈੱਲ ਚੱਲਣਗੇ। ਤਾਂ ਮੇਰਾ ਮਤਲਬ ਕਹਿਣ ਦਾ ਇਹ ਆ ਕਿ ਸਾਰੇ ਜਿੰਨੇ ਵੀ ਚੀਫ ਮਿਨਿਸਟਰ ਹੋਏ, ਪਰ ਸੈਂਟਰ ਨੇ ਸ਼ਰਾਰਤ ਵਜੋਂ, ਬੇਈਮਾਨੀ ਵਜੋਂ ਵੀ ਪੰਜਾਬ ਦੇ ਲੋਕਾਂ ਨੂੰ ਇਸ ਤਰੀਕੇ ਦੀ ਦੁਰਦਸ਼ਾ ਦੇ ਵਿੱਚ ਪਾ ਦਿੱਤਾ ਜਾਵੇ ਕਿ ਇਸ ਕਿਸਮ ਦੇ ਚੀਫ ਮਿਨਿਸਟਰ ਹੋਣ। ਦਿੱਖ ਨੂੰ ਸਿੱਖ, ਪਹਿਰਾਵੇ ਵਿੱਚ ਸਿੱਖ, ਪਰ ਅੰਦਰੋਂ 100% ਐਂਟੀ ਸਿੱਖਾਂ ਦੇ ਵਿਰੋਧੀ, ਪੰਜਾਬ ਦੇ ਵਿਰੋਧੀ, ਪੰਜਾਬ ਦੇ ਹਿੱਤ ਦੇ ਵਿੱਚ ਉਹਨਾਂ ਨੇ ਕੋਈ ਗੱਲ ਨਹੀਂ ਕਰਨੀ। ਕਿਉਂਕਿ ਉਹ ਜਿਹੜੀਆਂ ਵੀ ਸਰਕਾਰਾਂ ਬਣੀਆਂ ਸੈਂਟਰ ਦੇ ਇਸ਼ਾਰੇ 'ਤੇ ਬਣੀਆਂ, ਦਿੱਲੀ ਦੇ ਇਸ਼ਾਰੇ 'ਤੇ ਬਣੀਆਂ। ਇਹ ਕਾਂਗਰਸ ਨੇ ਨਹੀਂ, ਇੰਡੀਅਨ ਸਟੇਟ ਦੀ ਇੱਕ ਪਾਲਿਸੀ ਹੈ। ਉਸ ਦੇ ਵਿੱਚ ਚਾਹੇ ਸੈਂਟਰ ਦੇ ਵਿੱਚ ਕਾਂਗਰਸ ਪਾਰਟੀ ਹੋਵੇ, ਚਾਹੇ ਬੀਜੇਪੀ ਜਾਂ ਕੋਈ ਹੋਰ ਜਨਤਾ ਪਾਰਟੀ, ਕੋਈ ਵੀ ਹੋਵੇ, ਕਿਸੇ ਕਿਸਮ ਦੀ ਰਾਹਤ ਇਸ ਸੂਬੇ ਨੂੰ ਨਹੀਂ ਦਿੱਤੀ ਗਈ। ਤਾਂ ਉਹ ਮਤਲਬ ਬੜੀ ਜਦੋਜਹਿਦ ਉਹਦੀ ਬੜੀ ਲੰਬੀ ਕਹਾਣੀ ਹੈ, ਜਿਹਦੇ 'ਚ ਬੜਾ ਸਿੱਖਾਂ ਦਾ ਨੁਕਸਾਨ ਹੋਇਆ। ਲੱਖਾਂ ਸਿੱਖ ਵਿਚਾਰੇ ਜੇਲ੍ਹਾਂ ਦੇ ਵਿੱਚ ਗਏ, ਕੁਝ ਦਰਜਨਾਂ ਵਿੱਚ ਮਾਰੇ ਵੀ ਗਏ। ਤਾਂ ਉਸ ਤੋਂ ਬਾਅਦ ਜਦੋਂ ਮਤਲਬ ਰੀਆਰਗੇਨਾਈਜੇਸ਼ਨ ਪੰਜਾਬ ਦੀ ਹੋਈ, ਜਿਹੜੀ 1966 ਦੇ ਵਿੱਚ ਨਵੰਬਰ ਦੇ 1 ਨਵੰਬਰ ਨੂੰ ਜਿਹੜਾ ਅੱਜ ਦਾ ਪੰਜਾਬੀ ਸਪੀਕਿੰਗ ਸਟੇਟ ਕਾਰਵ ਆਊਟ ਕੀਤੀ ਗਈ, ਇਸ ਦੇ ਵਿੱਚ ਵੀ ਬਹੁਤ ਵੱਡੀ ਬੇਈਮਾਨੀ ਕੀਤੀ ਗਈ। ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ 3 ਧਾਰਾਵਾਂ ਪਾ ਦਿੱਤੀਆਂ, 78, 79, 80, ਵੀ ਪੰਜਾਬ ਦੀ ਇੱਕ ਸਵਾਹਦ ਸਟੇਟ ਹੈ ਜਿਸ ਦੇ ਕੋਲ ਆਪਣੇ ਦਰਿਆਈ ਪਾਣੀਆਂ ਦੀ ਸਵਰਨਟੀ ਨਹੀਂ। ਇਹ ਸਾਰੇ ਹਿੰਦੁਸਤਾਨ 'ਚ ਜਿੰਨੀਆਂ ਵੀ ਸਟੇਟਾਂ ਜਿਹੜੇ ਉਹਨਾਂ ਦੇ ਦਰਿਆ, ਉਹਨਾਂ ਦੀ ਸਵਰਨਟੀ ਉਹ ਸੂਬਿਆਂ ਦੀ ਹੈ। ਕਿਉਂ ਹੈ? ਇਹਦਾ ਇੱਕ ਕਾਰਨ, ਕਿਉਂਕਿ ਲੈਂਡ ਜਿਹੜਾ ਸਬਜੈਕਟ ਹੈ ਉਹ ਸਟੇਟ ਸਬਜੈਕਟ ਆ, ਅਤੇ ਜਿਹੜਾ ਦਰਿਆ ਹੈ ਉਹ ਲੈਂਡ ਦੀ ਬਾਈ ਪ੍ਰੋਡਕਟ ਆ। ਜੇ ਲੈਂਡ ਸਟੇਟ ਸਬਜੈਕਟ ਆ ਤਾਂ ਦਰਿਆ ਵੀ ਸਟੇਟ ਸਬਜੈਕਟ ਹੀ ਹੋਣਗੇ। ਉਹਦੇ 'ਤੇ ਸੈਂਟਰ ਦਾ ਕਿਸੇ ਕਿਸਮ ਦਾ ਕੰਟਰੋਲ ਨਹੀਂ ਹੋਏਗਾ। ਜਦੋਂ ਇੰਡੀਆ ਨੇ ਕਨਸਟੀਟਿਊਸ਼ਨ ਬਣਾਇਆ ਤਾਂ 1951 ਦੇ ਵਿੱਚ, ਤਾਂ ਉਸ ਵੇਲੇ ਜਿਹੜਾ ਇਹਨਾਂ ਨੂੰ ਪਤਾ ਨਹੀਂ ਸੀ, ਜਿੰਨੇ ਵੀ ਜਿਹੜੇ ਕਨਸਟੀਟਿਊਸ਼ਨ ਬਣਾਉਣ ਵਾਲੇ ਫਾਊਂਡਰ ਫਾਦਰ ਸੀ ਸਾਡੇ, ਆਪਣੇ ਆਪ ਨੂੰ ਕਹਿੰਦੇ ਬੜੇ ਇੰਟੈਲੈਕਚੁਅਲ ਸੀ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਸੀ ਕਿ ਪਾਣੀਆਂ ਦੇ ਮਸਲੇ ਦੇ ਉੱਤੇ ਵੀ ਝਗੜੇ ਚੱਲਣਗੇ। ਇੱਕ ਗੱਲ ਬਹੁਤ ਅਹਿਮ ਹੈ, ਇੰਡੀਅਨ ਕਨਸਟੀਟਿਊਸ਼ਨ 'ਚ ਓਰੀਜਨਲੀ ਰਿਵਰ ਵਾਟਰ ਡਿਸਟ੍ਰੀਬਿਊਸ਼ਨ 'ਤੇ ਕੁਛ ਨਹੀਂ ਹੈ। ਤਾਂ ਕੀ ਹੋਇਆ ਫਿਰ ਜਦੋਂ ਰੀਆਰਗੇਨਾਈਜੇਸ਼ਨ ਹੋਈ ਤਾਂ ਝਗੜੇ ਸ਼ੁਰੂ ਹੋ ਗਏ ਪਾਣੀਆਂ ਦੇ ਉੱਤੇ, ਕਿਉਂਕਿ ਇੱਕ ਦਰਿਆ ਦੂਜੇ ਸੂਬੇ 'ਚ ਦੀ ਲੰਘਦਾ, ਤੀਜੇ ਸੂਬੇ 'ਚ ਦੀ ਲੰਘਦਾ। ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਪਾਣੀ ਮਿਲਣਾ ਚਾਹੀਦਾ, ਸਾਨੂੰ ਵੱਧ ਪਾਣੀ ਮਿਲਣਾ ਚਾਹੀਦਾ, ਸਾਨੂੰ ਘੱਟ ਪਾਣੀ ਮਿਲ ਰਿਹਾ। ਇਸ ਇਸ਼ੂ ਦੇ ਉੱਤੇ ਝਗੜੇ। ਫਿਰ ਉਹਨਾਂ ਨੇ ਇੱਕ ਇੰਟਰਸਟੇਟ ਵਾਟਰ ਡਿਸਪਿਊਟਸ ਟ੍ਰਿਬਿਊਨਲ ਐਕਟ ਬਣਾਇਆ 1956 ਦਾ, ਜਿਹਦੇ ਆਧਾਰ ਦੇ ਉੱਤੇ ਜਿਹੜੇ ਦਰਿਆ ਇੱਕ ਸੂਬੇ ਤੋਂ 2 ਜਾਂ 3 ਸੂਬਿਆਂ ਦੇ ਵਿੱਚ ਦੀ ਲੰਘਦੇ ਆ, ਉਹਨਾਂ ਦੇ ਪਾਣੀ ਦੀ ਡਿਸਟ੍ਰੀਬਿਊਸ਼ਨ ਕੀਤੀ ਜਾ ਸਕੇ। ਔਰ ਉਹ ਟ੍ਰਿਬਿਊਨਲ ਦੇ ਰਾਹੀਂ ਹੋਏਗੀ ਜਿਸ ਦੀ ਅਪੀਲ ਨਹੀਂ ਲਾਈ ਕਰਦੀ। ਅਨਫੋਰਚੂਨੇਟਲੀ, ਔਰ ਸਾਡੇ ਜਿਹੜੇ ਸੋ ਕਾਲਡ ਲੀਡਰ ਸੀ ਪੰਜਾਬ ਦੇ, ਉਹਨਾਂ ਨੂੰ ਜਾਂ ਤਾਂ ਸੋਝੀ ਨਹੀਂ ਸੀ ਜਾਂ ਉਹਨਾਂ 'ਚ ਬੇਈਮਾਨੀ ਸੀ। ਮੈਂ ਸਮਝਦਾ ਉਹਨਾਂ 'ਚ ਬੇਈਮਾਨੀ ਸੀ, ਕਿਉਂਕਿ ਬਹੁਤ ਲੋਕ ਉਹਨਾਂ ਦੀ ਚੀਫ ਮਿਨਿਸਟਰ ਦੀ ਡਿਸਪੋਜ਼ਲ 'ਤੇ ਹੁੰਦੇ ਆ, ਜਿਨ੍ਹਾਂ ਨੂੰ ਤੋਂ ਉਹ ਐਡਵਾਈਜ਼ਰੀ ਲੈ ਸਕਦੇ ਆ। ਤਾਂ ਉਹਨਾਂ ਨੇ ਮਤਲਬ ਇਸ ਗੱਲ ਦੇ ਉੱਤੇ ਕੋਈ ਪ੍ਰੋਟੈਸਟ ਨਹੀਂ ਕੀਤਾ ਵੀ ਤੁਸੀਂ ਸਾਡੇ ਜਿਹੜੇ ਦਰਿਆ ਇਹ ਜਿਹੜੇ ਹੈਗੇ ਟ੍ਰਿਬਿਊਟਰੀਜ਼ ਕਿਸ ਦੀ ਹੈਗੀ ਆ? ਇੰਡਸ ਦੀ। ਜਿੰਨੇ ਵੀ ਪੰਜਾਬ ਦੇ ਦਰਿਆ ਉਹ ਇੰਡਸ ਦੀ ਟ੍ਰਿਬਿਊਟਰੀ ਆ। ਔਰ ਉਹਨਾਂ ਦਰਿਆਵਾਂ ਨੂੰ ਕੁਦਰਤੀ ਤੌਰ 'ਤੇ ਮਤਲਬ ਪੰਜਾਬ ਦੀ ਖੁਸ਼ਕਿਸਮਤੀ ਆ ਕਿ ਘੱਗਰ ਦਰਿਆ ਦੋਨਾਂ ਬੇਸਨਸ ਨੂੰ ਬ੍ਰੇਕ ਕਰ ਦਿੰਦਾ। ਇੱਕ ਪਾਸੇ ਤਾਂ ਗੰਗਾ ਦਾ ਬੇਸਨ ਆ, ਇੱਕ ਪਾਸੇ ਇੰਡਸ ਦਾ ਬੇਸਨ ਆ। ਇਹ ਜਿਹੜੇ ਸਾਡੇ ਦਰਿਆ ਜਿੰਨੇ ਵੀ ਪੰਜਾਬ ਦੇ, ਸਤਲੁਜ, ਇਸੇ ਤਰੀਕੇ ਦੇ ਨਾਲ ਬਿਆਸ ਆ, ਦੂਸਰੇ ਸਾਰੇ ਦਰਿਆ, ਉਹ ਸਾਰੇ ਦੇ ਸਾਰੇ ਟ੍ਰਿਬਿਊਟਰੀਜ਼ ਹੈਗੀਆਂ। ਉਹ ਇਨੈਕਚੁਅਲ ਪ੍ਰੈਕਟਿਸ ਉਹ ਦਰਿਆ ਨਹੀਂ, ਉਹ ਫੀਡ ਕਰਦੇ ਆ, ਜਾ ਕੇ ਗਿਰ ਜਾਂਦੇ ਆ, ਕੀ ਕਹਿੰਦੇ ਹੁੰਦੇ ਆ, ਇੰਡਸ ਦੇ ਵਿੱਚ। ਇੰਡਸ ਅੱਗੇ ਜਾ ਕੇ ਗਿਰਦਾ ਅਰੇਬੀਅਨ ਸੀ 'ਚ। ਔਰ ਦੂਜੇ ਪਾਸੇ ਜਿਹੜੇ ਦੂਸਰੇ ਦਰਿਆ, ਜਿੱਥੋਂ ਘੱਗਰ ਤੋਂ ਅਗਲੇ ਪਾਸੇ ਜਾਈਏ
ਉਹ ਗੰਗਾ ਦਾ ਬੇਸਿਨ, ਉਹ ਜਾ ਕੇ ਗਿਰੇਗਾ ਬੇ ਆਫ ਬੰਗਾਲ ਦੇ ਵਿੱਚ। ਤੋ ਕਲੀਅਰ ਕੱਟ ਕੁਦਰਤ ਨੇ ਇੱਕ ਡਿਵੀਜ਼ਨ ਕੀਤੀ ਵੀ, ਪਰ ਉਸ ਡਿਵੀਜ਼ਨ ਨੂੰ, ਨੈਚੁਰਲ ਡਿਵੀਜ਼ਨ ਨੂੰ ਮਤਲਬ ਤੋੜ ਕੇ ਹਿੰਦੁਸਤਾਨ ਦੀ, ਦਿੱਲੀ ਦੀ ਸਰਕਾਰਾਂ ਨੇ, ਚਾਹੇ ਉਹ ਕਾਂਗਰਸ ਦੀ ਸਰਕਾਰ ਸੀ, ਚਾਹੇ ਉਹ ਨਹਿਰੂ ਸੀ, ਚਾਹੇ ਉਹ ਇੰਦਰਾ ਗਾਂਧੀ ਸੀ ਜਾਂ ਕੋਈ ਹੋਰ ਸੀ, ਉਹਨਾਂ ਨੇ ਸਾਰਿਆਂ ਨੇ ਪੰਜਾਬ ਦੇ ਜਿਹੜੇ ਦਰਿਆ ਸੀ ਉਹਨਾਂ ਨੂੰ ਇੰਟਰਸਟੇਟ ਵਾਟਰ ਰਿਵਰ ਬਣਾ ਦਿੱਤਾ, ਧੱਕੇ ਨਾਲ, ਗੈਰ ਕਾਨੂੰਨੀ ਢੰਗ ਦੇ ਨਾਲ। ਔਰ ਉਸ ਗੈਰ ਕਾਨੂੰਨੀ ਢੰਗ ਦੇ ਨਾਲ ਜਦੋਂ ਪੰਜਾਬ ਸੂਬਾ, ਆ ਜਿਹੜਾ ਅੱਜ ਦਾ ਪੰਜਾਬ ਸਟੇਟ ਆ, ਇਹ ਐਗਜ਼ਿਸਟੈਂਸ ਆਈ, ਇਹਦੀਆਂ 3 ਕਲੌਜ਼ਸ ਇੰਡਕਟ ਕਰ ਦਿੱਤੀਆਂ ਜੀ, ਉਹ ਕਿ 78, 79, 80। ਤਾਂ ਉਸ ਦੇ ਵਿੱਚ ਕਲੌਜ਼ਸ ਪਾ ਕੇ ਕਹਿ ਦਿੱਤਾ ਵੀ ਪੰਜਾਬ ਦੇ ਦਰਿਆਵਾਂ ਦੇ ਪਾਣੀ ਦੀ ਜਿਹੜੀ ਡਿਸਟ੍ਰੀਬਿਊਸ਼ਨ ਹੈ ਉਹ ਪੰਜਾਬ ਦੀ ਅਥਾਰਟੀ ਨਹੀਂ, ਪੰਜਾਬ ਦੀ ਸੋਵਰਨਟੀ ਨਹੀਂ, ਉਹ ਸੈਂਟਰ ਦੀ ਸੋਵਰਨਟੀ ਜੀ। ਇਹ ਸਭ ਕੁਝ ਜੋ ਹੋਇਆ ਇਤਨਾ ਦਰਦਨਾਕ ਹੈ, ਇਤਨੀ ਬੜੀ ਲੁੱਟ ਹੈ, ਇਤਨੀ ਬੜੀ ਮਤਲਬ ਐਕਸਪਲਾਇਟੇਸ਼ਨ ਆ, ਜਿਹੜੀ ਮੈਂ ਹਿੰਦੁਸਤਾਨ ਦੇ ਇਤਿਹਾਸ ਦੀ ਨਹੀਂ ਗੱਲ ਕਰਦਾ, ਕਿਉਂਕਿ ਹਿੰਦੁਸਤਾਨ ਦਾ ਇਤਿਹਾਸ ਤਾਂ 1947 ਤੋਂ ਹੀ ਚੱਲਦਾ। ਦੁਨੀਆ ਦੇ ਇਤਿਹਾਸ ਦੇ ਵਿੱਚ ਕਿਸੇ ਖਿੱਤੇ ਦੇ ਵਿੱਚ ਇਹ ਚੀਜ਼ ਨਹੀਂ ਹੋਈ, ਕਿਉਂਕਿ ਯੂਰਪ ਜਿਹੜਾ ਹੈਗਾ ਤੁਹਾਨੂੰ ਪਤਾ ਉਹਦੇ 'ਚ ਕਿੰਨੇ ਮੁਲਕ ਆ, ਇੱਕ ਦਰਿਆ ਜੀ ਕਈ ਸੂਬਿਆਂ ਵਿੱਚ ਦੀ ਲੰਘਦੇ, ਕਈ ਮੁਲਕਾਂ ਵਿੱਚ ਦੀ ਲੰਘਦੇ, ਉਹਨਾਂ ਦੀ ਸਾਰੀ ਡਿਸਟ੍ਰੀਬਿਊਸ਼ਨ ਦੇ ਰਾਈਪੇਰੀਅਨ ਪ੍ਰਿੰਸੀਪਲਸ ਕਹਿੰਦੇ ਆ ਉਹਨਾਂ ਨੂੰ। ਮੈਂ ਸਾਰੀ ਦੁਨੀਆ ਦੇ ਵਾਟਰ ਡਿਸਪਿਊਟਸ ਸਟੱਡੀ ਕੀਤੇ ਵੇ। ਇਸੇ ਤਰੀਕੇ ਨਾਲ ਅਮਰੀਕਾ ਦੇ ਵਿੱਚ ਵੀ ਇਹੋ ਜਿਹੇ ਦਰਿਆ ਜਿਹੜੇ ਇੱਕ ਸੂਬੇ ਤੋਂ ਦੂਸਰੇ ਸੂਬੇ ਵਿੱਚ ਦੀ ਜਾਂਦੇ ਆ, ਤਾਂ ਉਹਨਾਂ ਦੀ ਜਿਹੜੇ ਡਿਸੀਜਨਸ ਹੈਗੇ ਉਹਨਾਂ ਪ੍ਰਿੰਸੀਪਲਸ ਦੇ ਉੱਤੇ ਆਧਾਰਿਤ ਆ ਜੀ, ਔਰ ਉਹ ਇੰਟਰਨੈਸ਼ਨਲ ਲਾਅ ਹੈ। ਤਾਂ ਸਭ, ਲੇਕਿਨ ਬਦਕਿਸਮਤੀ ਦੇ ਨਾਲ ਪੰਜਾਬ ਦੇ ਨਾਲ ਧੱਕਾਜ਼ੋਰੀ ਕੀਤੀ ਗਈ, ਪੰਜਾਬ ਦੇ ਨਾਲ ਬੇਈਮਾਨੀ ਕੀਤੀ ਗਈ। ਕਿਹਨਾਂ ਰਾਹੀਂ ਕੀਤੀ ਗਈ? ਪੰਜਾਬ ਦੇ ਚੀਫ ਮਿਨਿਸਟਰ ਰਾਹੀਂ। ਤੋ ਦਰਬਾਰਾ ਸਿੰਘ ਨੇ ਬਹੁਤ ਵੱਡਾ ਇੱਕ ਗੁਨਾਹ ਕੀਤਾ ਜਿਹੜਾ, ਔਰ ਮੈਂ ਤੁਹਾਨੂੰ ਇੱਥੇ ਖਾਸ ਤੌਰ 'ਤੇ ਦੱਸਣਾ ਚਾਹੁੰਦਾ, ਜਦੋਂ ਪੰਜਾਬ ਦੀ ਰੀਆਰਗਨਾਈਜੇਸ਼ਨ ਹੋਈ ਜੀ, ਗੁਰਨਾਮ ਸਿੰਘ ਜਿਹੜਾ ਜਸਟਿਸ ਸੀ, ਰਿਟਾਇਰਡ ਹਾਈ ਕੋਰਟ ਦਾ, ਪੈਪਸੂ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਰਿਹਾ, ਪੰਜਾਬ ਹਾਈ ਕੋਰਟ 'ਚ ਵੀ ਰਿਹਾ ਸੀ। ਦੇਖੋ ਕਿਸ ਕਿਸਮ ਦੇ ਨਾਲਾਇਕ ਸਾਡੇ ਲੀਡਰ ਤੇ ਨਾਲਾਇਕ ਜੱਜ ਆ, ਜਿਸ ਬੰਦੇ ਨੂੰ ਇਹੀ ਨਹੀਂ ਸੀ ਪਤਾ ਵੀ ਕਿਸ ਤਰੀਕੇ ਨਾਲ ਪੰਜਾਬ ਦੀ ਲੁੱਟ ਆ ਜਿਹੜੀ ਉਹ ਕੀਤੀ ਜਾ ਰਹੀ ਹੈ, ਕਿਸ ਤਰੀਕੇ ਨਾਲ ਪੰਜਾਬ ਦੀ ਜਿਹੜੀ ਰੀਆਰਗਨਾਈਜੇਸ਼ਨ ਹੈ ਉਸ ਦੇ ਵਿੱਚ ਜਿਹੜੀਆਂ ਅਨਕਨਸਟੀਟਿਊਸ਼ਨਲ ਕਲੌਜ਼ਸ ਐਡ ਕਰ ਦਿੱਤੀਆਂ ਗਈਆਂ। ਇਹ ਬੜੀ ਦੁਖਦਾਈ ਗੱਲ ਆ, ਔਰ ਇਹ ਹਾਸੋਹੀਣੀ ਗੱਲ ਆ ਉਹਨਾਂ ਲੋਕਾਂ ਲਈ ਜਿਹੜੇ ਸਾਡੇ ਦੁਸ਼ਮਣ, ਵੀ ਆਹ ਤੁਹਾਡੇ ਚੀਫ ਮਿਨਿਸਟਰ, ਆਹ ਤੁਹਾਡੇ ਜੱਜ ਆ। ਔਰ ਮੈਂ ਇੱਥੇ ਖਾਸ ਤੌਰ 'ਤੇ ਇੱਕ ਗੱਲ ਖਾਸ ਤੌਰ 'ਤੇ ਦੱਸਣਾ ਚਾਹੁੰਦਾ, ਸਿੱਖ ਬਹੁਤ ਟਾਰਾਂ ਮਾਰਦੇ ਆ ਵੀ ਸਾਨੂੰ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦਿਓ ਜੀ, ਇਹਦੇ ਵਿੱਚ ਆਹ ਚੀਜ਼ ਆ ਜੀ, ਸਾਨੂੰ ਪਤਾ ਨਹੀਂ ਕੀ। ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੇ ਵਿੱਚ ਜਿਹੜੀ ਪਾਣੀ ਦਾ ਇਸ਼ੂ ਆ ਨਾ, ਉਹ ਬਿਲਕੁਲ ਸਾਡੇ ਇੰਟਰਸਟ ਦੇ ਖਿਲਾਫ ਆ, ਕਿਉਂਕਿ ਉਹਦੇ 'ਚ ਕਿਹਾ ਸਾਡਾ ਪਾਣੀਆਂ ਦਾ ਇਸ਼ੂ ਡਿਸਟ੍ਰੀਬਿਊਸ਼ਨ ਰਿਵਰ ਵਾਟਰ 'ਤੇ ਤੁਸੀਂ ਕਰਦੇ ਹੋ, ਡਿਸਟ੍ਰੀਬਿਊਸ਼ਨ ਤਾਂ ਕਰਤੀ, ਫਿਰ ਉਹਨੇ ਕਿਉਂ? ਸਾਡਾ ਇਸ਼ੂ ਆ ਜਿਹੜਾ ਪੰਜਾਬ ਦਾ, ਉਹ ਇਸ਼ੂ ਇਹ ਹੈ ਕਿ ਸਾਨੂੰ ਇੰਡੀਆ ਦੇ ਕਨਸਟੀਟਿਊਸ਼ਨ ਦੇ ਮੁਤਾਬਕ ਸਾਡਾ ਹੱਕ, ਸਾਨੂੰ ਪਾਣੀਆਂ ਦਾ, ਦਰਿਆਈ ਪਾਣੀਆਂ ਦਾ ਮਿਲਣਾ ਚਾਹੀਦਾ ਹੈ। ਤੋ ਸਾਡੇ ਦਰਿਆ ਸਿਰਫ ਤੇ ਸਿਰਫ ਸਾਡੇ ਦਰਿਆ, ਔਰ ਸਾਡੇ ਦਰਿਆ ਜਿਹੜੀ ਬਰਬਾਦੀ ਕਰਦੇ, ਨੈਚੁਰਲ ਲਾਅ ਉਸ ਨੂੰ ਕਹਿੰਦੇ, ਉਹ ਜਿਹੜੀ ਬਰਬਾਦੀ ਕਰਦੇ ਆ ਹੜ੍ਹਾਂ ਨਾਲ, ਉਹ ਕਿੱਥੇ ਹੁੰਦੀ ਹੈ? ਨਾ ਹਰਿਆਣੇ 'ਚ ਹੁੰਦੀ ਹੈ, ਨਾ ਰਾਜਸਥਾਨ 'ਚ, ਨਾ ਦਿੱਲੀ 'ਚ, ਉਹ ਸਿਰਫ ਪੰਜਾਬ 'ਚ ਹੀ ਹੁੰਦੀ ਹੈ। ਉਹ ਉਸ ਦਾ ਆਧਾਰ ਨੈਚੁਰਲ ਲਾਅ ਹੈ ਕਿ ਜਿਹੜੇ ਲੋਕ ਦਰਿਆਈ ਪਾਣੀਆਂ ਦੀ ਬਰਬਾਦੀ ਬਰਦਾਸ਼ਤ ਕਰਦੇ ਆ, ਉਸ ਤਬਾਹੀ ਨੂੰ ਝੇਲਦੇ ਆ, ਉਹਨਾਂ ਦਾ ਹੀ ਹੱਕ ਹੈ ਤੇ ਕਿ ਉਹਨਾਂ ਦੀ ਪ੍ਰੋਸਪੈਰਿਟੀ ਉਹਨਾਂ ਦਰਿਆਵਾਂ ਤੋਂ ਹੁੰਦੀ ਹੋਈ ਉਹਦਾ ਉਹ ਮਾਣ ਸਕਣ ਆਨੰਦ। ਲੇਕਿਨ ਪੰਜਾਬ ਦੇ ਵਿੱਚ ਕੀ ਹੈ? ਬਰਬਾਦੀ ਪੰਜਾਬ ਦੀ ਹੋਏਗੀ। 1988 ਦੇ ਵਿੱਚ ਤੁਹਾਨੂੰ ਪਤਾ ਬਹੁਤ ਵੱਡੇ ਹੜ੍ਹ ਆਏ ਸੀ, ਤੁਸੀਂ ਤਾਂ ਬੱਚੇ, ਤੁਸੀਂ ਉਸ ਵੇਲੇ ਪਤਾ ਨਹੀਂ। ਵਰਲਡ ਬੈਂਕ ਦੀ ਰਿਪੋਰਟ ਸੀ ਕਿ $1 ਬਿਲੀਅਨ ਦਾ ਤਾਂ ਮਾਲੀ ਨੁਕਸਾਨ ਹੋਇਆ ਸੀ, ਜਿਹੜਾ ਜਾਨਾਂ ਦਾ ਨੁਕਸਾਨ, ਪਸ਼ੂਆਂ ਦਾ ਨੁਕਸਾਨ, ਉਹਦੀ ਕੋਈ ਇੰਤਹਾ ਹੀ ਨਹੀਂ ਸੀ। ਤੋ ਮੇਰਾ ਮਤਲਬ ਕਹਿਣ ਦਾ ਇਹ ਆ ਕਿ ਮਤਲਬ ਦਰਿਆਈ ਹੜ੍ਹਾਂ ਦਾ ਨੁਕਸਾਨ ਝੇਲਦੇ ਆ ਪੰਜਾਬ ਦੇ ਲੋਕ, ਔਰ ਜਿਹੜਾ ਉਹਨਾਂ ਦਾ ਐਡਵਾਂਟੇਜ ਲੈ ਰਹੇ ਆ ਹਰਿਆਣਾ, ਰਾਜਸਥਾਨ ਤੇ ਦਿੱਲੀ ਦੇ ਲੋਕ। ਦੇ ਉੱਥੋਂ ਬਿਜਲੀ ਪੈਦਾ ਹੁੰਦੀ ਹੈ, ਹਾਈਡਲ ਪਾਵਰ, ਐਕਸਕਿਊਜ਼ ਮੀ, ਉਹ ਜਾਂਦੀ ਆ ਉਸੇ ਰੇਸ਼ੋ ਨਾਲ ਰਾਜਸਥਾਨ ਦੇ ਵਿੱਚ, ਹਰਿਆਣੇ 'ਚ ਤੇ ਦਿੱਲੀ 'ਚ ਜੀ। ਤੇ ਪੰਜਾਬ ਦੇ ਲੋਕ ਕੀ ਆ? ਉਹ ਥਰਮਲ ਪਲਾਂਟ, ਕੋਲੇ ਦੇ ਪਲਾਂਟ, ਜਿਹੜੀ ਬਹੁਤ ਮਹਿੰਗੀ ਤੇ ਪੋਲਿਊਸ਼ਨ ਜਿਹੜੀ ਹੈਗੀ ਆ, ਹਾਈਡਲ ਪਾਵਰ,
ਉਹ ਪੋਲਿਊਸ਼ਨ ਫ੍ਰੀ ਤੇ ਸਭ ਤੋਂ ਸਸਤੀ ਦੁਨੀਆ ਦੇ ਵਿੱਚ ਜਿਹੜੀ ਬਿਜਲੀ ਆ ਉਹ ਹਾਈਡਲ ਪਾਵਰ ਹੈਗੀ। ਤੋ ਇਹ ਜਿਹੜੀ ਦੁਰਦਸ਼ਾ ਹੋਈ ਹੈ। ਗੁਰਨਾਮ ਸਿੰਘ ਬਾਰੇ ਵੀ ਕੁਝ ਦੱਸਣ ਲੱਗੇ ਸੀ। ਮੈਂ ਗੁਰਨਾਮ ਸਿੰਘ ਰਿਟਾਇਰਡ ਜੱਜ ਸੀ, ਫਿਰ ਉਹ ਚੀਫ ਮਿਨਿਸਟਰ ਬਣ ਗਿਆ। ਕੈਸੀ ਤਰਾਸਦੀ ਹੈ ਸਿੱਖਾਂ ਦੀ ਜੀ ਕਿ ਬਾਵਜੂਦ ਇਸ ਗੱਲ ਦੇ ਉਹ ਹਾਈ ਕੋਰਟ ਦਾ ਜੱਜ ਸੀ, ਉਸ ਨੂੰ ਇਸ ਗੱਲ ਦਾ ਜਾਂ ਤਾਂ ਪਤਾ ਨਹੀਂ ਸੀ ਜਾਂ ਉਹਦੀ ਬੇਈਮਾਨੀ ਸੀ। ਦੋ ਹੀ ਗੱਲਾਂ ਹੋ ਸਕਦੀਆਂ। ਜਾਂ ਤਾਂ ਉਹ ਇਸ ਗੱਲੋਂ ਅਣਭੋਲ ਸੀ ਜੀ ਕਿ ਸਾਡੇ ਜਿਹੜੇ ਰੀਆਰਗੇਨਾਈਜੇਸ਼ਨ ਬਿੱਲ ਦੇ ਵਿੱਚ ਜਿਹੜੀਆਂ 3 ਕਲੌਜ਼ਸ ਪਾਈਆਂ ਜਾ ਰਹੀਆਂ ਉਹ ਕਿਸ ਤਰੀਕੇ ਨਾਲ ਪੰਜਾਬ ਦੀ ਬਰਬਾਦੀ ਦਾ ਉਸ ਦੇ ਉੱਤੇ ਫਾਊਂਡੇਸ਼ਨ ਰੱਖੀ ਜਾ ਰਹੀ ਹੈ ਪਾਣੀਆਂ ਦੇ ਇਸ਼ੂ ਦੇ ਉੱਤੇ। ਉਸ ਨੇ ਕੋਈ ਆਵਾਜ਼ ਬੁਲੰਦ ਨਹੀਂ ਕੀਤੀ, ਉਸ ਨੇ ਕਦੇ ਕੋਈ ਸਟੇਟਮੈਂਟ ਨਹੀਂ ਦਿੱਤੀ ਵੀ ਇਹ ਗੈਰ ਵਿਧਾਨਕ ਜਿਹੜੀਆਂ ਕਲੌਜ਼ਸ ਤੁਸੀਂ ਇੰਡਕਟ ਕਰ ਰਹੇ ਹੋ ਰੀਆਰਗ। ਔਰ ਮੈਂ ਇੱਥੇ ਇੱਕ ਹੋਰ ਦੱਸਣਾ ਚਾਹੁੰਦਾ ਜੀ, ਦੁੱਖ ਹੋਏਗਾ ਬਹੁਤ ਸਾਡੇ ਸਿੱਖਾਂ ਨੂੰ ਇਸ ਗੱਲ ਤੋਂ ਜਿਹੜੀ ਗੱਲ ਮੈਂ ਕਹਿ ਰਿਹਾ। ਆਮ ਇਹ ਕਿਹਾ ਜਾਂਦਾ ਵੀ ਸਰਦਾਰ ਕਪੂਰ ਸਿੰਘ ICS ਬਹੁਤ ਵਿਦਵਾਨ ਸੀ, ਬੜੇ ਇੰਟੈਲੈਕਚੁਅਲ ਸੀ, ਬੜੀ ਉਹਨਾਂ ਦੀ ਮਤਲਬ ਬਹੁਤ ਬੜਾ, ਕਿਉਂਕਿ ਉਹ ICS ਆਫੀਸਰ ਸੀ। ਉਹਨਾਂ ICS ਆਫੀਸਰ ਸਾਹਿਬਾਨ ਨੇ ਸਰਦਾਰ ਕਪੂਰ ਸਿੰਘ ਨੇ ਜੋ ਕਹਿੰਦੇ ਆ ਲੋਕ ਆ ਬਣਾਇਆ ਜਿਹੜਾ ਅਨੰਦਪੁਰ ਦਾ ਮਤਾ, ਉਹਦੇ ਵਿੱਚ ਜਿਹੜੀ ਪਾਣੀਆਂ ਦੀ ਕਲੌਜ਼ ਆ ਉਹ ਡਿਸਟ੍ਰੀਬਿਊਸ਼ਨ ਲਿਖੀ ਵੀ ਜੀ। 2 ਲਫ਼ਜ਼ ਆ ਸ਼ੇਅਰਿੰਗ ਤੇ ਡਿਸਟ੍ਰੀਬਿਊਸ਼ਨ ਦਾ, ਮੈਂ ਖਾਸ ਤੌਰ ਤੇ ਸਿੱਖ ਜਗਤ ਨੂੰ ਦੱਸਣਾ ਚਾਹੁੰਦਾ। ਜਿਹੜਾ ਬੰਦਾ ਇਹ ਗੱਲ ਕਹਿ ਰਿਹਾ ਪੰਜਾਬ ਦੇ ਪਾਣੀਆਂ ਦੀ ਸ਼ੇਅਰਿੰਗ ਦਾ ਇਸ਼ੂ ਆ ਜਾਂ ਡਿਸਟ੍ਰੀਬਿਊਸ਼ਨ ਦਾ ਇਸ਼ੂ ਆ, ਉਹ ਪੰਜਾਬ ਦਾ ਵਿਰੋਧੀ ਆ। ਤਾਂ ਇਹੀ ਐਗਜ਼ੈਕਟਲੀ ਗੱਲ ਪਾਈ ਗਈ ਆ ਅਨੰਦਪੁਰ ਸਾਹਿਬ ਦੇ ਰੈਜ਼ੋਲੂਸ਼ਨ ਤੇ ਪਾਣੀਆਂ ਦੇ ਇਸ਼ੂ ਦੇ ਉੱਤੇ ਜੀ। ਮਾਫ ਕਰਨਾ, ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਜਦੋਂ ਰੀਆਰਗੇਨਾਈਜੇਸ਼ਨ ਬਿੱਲ ਪੇਸ਼ ਹੋਇਆ ਪਾਰਲੀਮੈਂਟ ਦੀ ਫਲੋਰ ਦੇ ਉੱਤੇ, ਉਸ ਵੇਲੇ 2 ਮੈਂਬਰ ਪਾਰਲੀਮੈਂਟ ਸੀ। ਇੱਕ ਸੀ ਸਰਦਾਰ ਕਪੂਰ ਸਿੰਘ ICS, ਇੱਕ ਸੀ ਕਿੱਕਰ ਸਿੰਘ ਜਿਹੜਾ ਫਤਿਹ ਸਿੰਘ ਜਿਹੜਾ ਉਸ ਵੇਲੇ ਅਕਾਲੀਆਂ ਦਾ ਲੀਡਰ ਸੀ ਸਾਧ, ਉਸ ਦਾ ਡਰਾਈਵਰ ਸੀ। ਮਤਲਬ ਸਰਦਾਰ ਕਪੂਰ ਸਿੰਘ ਨੇ ਨੂੰ ਕਨਸਟੀਟਿਊਸ਼ਨ ਕਦੇ ਪੜ੍ਹਿਆ ਨਹੀਂ ਸੀ, ਬਦਕਿਸਮਤੀ, ਬੜੀ ਟ੍ਰੈਜੇਡੀ। ਉਹਨਾਂ ਔਰ ਰੀਆਰਗੇਨਾਈਜੇਸ਼ਨ ਬਿੱਲ ਤੇ ਬੋਲ ਰਹੇ ਆ ਵੀ ਇਟ ਇਜ਼ ਏ ਇਲ ਗੋਟਨ ਚਾਈਲਡ ਡਿਲੀਵਰਡ ਬਾਈ ਐਨ ਇਨਕੰਪੀਟੈਂਟ ਮਿਡਵਾਈਫ। ਦਿਸ ਇਜ਼ ਐਨ ਇਲ ਗੋਟਨ ਚਾਈਲਡ। ਹੁਣ ਇਲ ਗੋਟਨ ਚਾਈਲਡ ਦਾ ਮਤਲਬ ਵੀ ਜਿਹੜਾ ਮਤਲਬ ਆਪਣੇ ਬਾਪ ਦਾ ਪੁੱਤ ਨਾ ਹੋਵੇ ਜੀ, ਔਰ ਡਿਲੀਵਰਡ ਬਾਈ ਐਨ ਇਨਕੰਪੀਟੈਂਟ ਮਿਡਵਾਈਫ ਉਹ ਸੈਂਟਰ ਨੂੰ ਕਹਿ ਰਿਹਾ। ਪਰ ਉਹਨਾਂ ਨੇ ਕਦੇ ਇਹ ਇਸ਼ੂ ਨਹੀਂ ਰੇਜ਼ ਕਰ ਸਕੇ ਕਿ ਰੀਆਰਗੇਨਾਈਜੇਸ਼ਨ ਬਿੱਲ ਦੇ ਵਿੱਚ ਭਲਿਆ ਲੋਕਾਂ 3 ਕਲੌਜ਼ਸ ਆ ਔਰ ਕਨਸਟੀਟਿਊਸ਼ਨ ਉਹਨਾਂ ਕਲੌਜ਼ਸ ਤੇ ਕੀ ਕਹਿ ਰਿਹਾ। ਹੀ ਡਿਡ ਨਾਟ ਰੇਜ਼ the issue on precision because he had not read it thoroughly, the Indian Constitution। ਇੱਕ ਤਰਾਸਦੀ ਹੈ, ਇੱਕ ਟ੍ਰੈਜੇਡੀ, ਕਿਉਂਕਿ ਸਾਡੇ ਕੌਮ ਦੇ ਵਿੱਚ ਜੇ ਕਿਸੇ ਦੇ ਨਾਲ IAS IPS ICS ਲੱਗਿਆ ਤਾਂ ਅਸੀਂ ਸਮਝਦੇ ਹਾਂ ਵੀ ਇਸ ਨੂੰ ਦੁਨੀਆ ਦੀ ਸਾਰੀ ਨੌਲੇਜ, ਸਾਰੀ ਦੁਨੀਆ ਦਾ ਗਿਆਨ। ਮੈਂ ਬਹੁਤ ਵਾਰੀ ਲੋਕਾਂ ਨਾਲ ਬਹਿਸ ਕਰਦਾ ਹੁੰਦਾ ਵੀ ਐ ਨਹੀਂ ਹੁੰਦਾ। ਜਿਹੜੀ ਨੌਲੇਜ ਹੈ ਉਹ ਤੁਹਾਨੂੰ ਹਮੇਸ਼ਾ ਉਸ ਦੇ 'ਚ ਖਪਣਾ ਪੈਂਦਾ, ਹਰ ਇਸ਼ੂ 'ਤੇ ਖਪਣਾ ਪੈਂਦਾ, ਉਸ ਦੀ ਤਹਿ ਤੱਕ ਜਾਣਾ ਪੈਂਦਾ। ਮੇਰੇ ਨਾਲ ਫਿਰ ਕਈ ਲੋਕ ਲੜ ਵੀ ਪੈਂਦੇ ਆ। ਮੈਂ ਉਹਨਾਂ ਨੂੰ ਕਹਿਣਾ ਹੁੰਦਾ ਵੀ ਇਸੇ ਤਰੀਕੇ ਨਾਲ ਇੱਕ UP ਦੇ ਵਿੱਚ IPS ਆਫੀਸਰ ਸੀ, ਉਹ ਰਾਧਿਕਾ ਬਣ ਕੇ IG ਰੈਂਕ ਦਾ ਆਫੀਸਰ ਸੀ, ਰਾਧਿਕਾ ਬਣ ਕੇ ਔਰਤਾਂ ਵਾਲੇ ਕੱਪੜੇ ਪਾ ਕੇ ਡਾਂਸ ਕਰਦਾ ਸੀ। IPS ਆਫੀਸਰ ਕਾਫੀ ਚਰਚਾ 'ਚ ਰਹੇ, ਕਾਫੀ ਚਰਚਾ। ਫਿਰ ਉਸ ਨੂੰ ਡਿਸਮਿਸ ਕੀਤਾ। ਮੇਰਾ ਮਤਲਬ ਕਹਿਣ ਦਾ ਇਹ ਆ, ਇਹ ਕੋਈ ਨਹੀਂ ਹੁੰਦਾ ਵੀ ਜੇ ਤੁਹਾਡੇ ਨਾਲ IAS IPS ਜਾਂ ICS ਲੱਗ ਗਈ ਤਾਂ ਤੁਹਾਨੂੰ ਸਾਰੀ ਦੁਨੀਆ ਦੀ ਨੌਲੇਜ। ਮਾਫ ਕਰਨਾ, ਜਿਹੜੀ ਇੰਟਰਪ੍ਰੀਟੇਸ਼ਨ ਵੀ ਹੈ ਸਰਦਾਰ ਕਪੂਰ ਸਿੰਘ ਦੀ ਰਿਗਾਰਡਿੰਗ ਦੀ ਸਿੱਖ ਰਿਲੀਜਨ, ਉਹਦੇ ਵਿੱਚ ਵੀ ਉਹ ਭੰਬਲ ਭੂਸੇ 'ਚ ਪੈ ਜਾਂਦੇ ਆ ਜਦੋਂ ਉਹਦਾ ਓਰੀਜਨ ਦੇਖਦੇ ਆ। ਜਾਂ ਤਾਂ ਉਹ ਹਿੰਦੂਆਂ ਨਾਲ ਜੋੜ ਦਿੰਦੇ ਆ, ਵੇਦਾਂ ਸ਼ਾਸਤਰਾਂ ਦੇ ਨਾਲ, ਜਾਂ ਦੂਸਰੇ ਪਾਸੇ ਬੋਧੀਆਂ ਦੇ ਨਾਲ ਜੋੜ ਦਿੰਦੇ। ਉਹਨਾਂ ਨੂੰ ਮਤਲਬ ਮਾਫ ਕਰਨਾ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਵੀ ਜਿਹੜਾ ਪ੍ਰੋਫਿਟ ਆ ਉਹਦਾ ਵਿਜ਼ਨ ਕੀ ਹੁੰਦਾ। ਤੋ ਆਪਾਂ ਹੁਣ ਪੰਜਾਬ ਦੇ ਉੱਤੇ ਮਤਲਬ ਸਾਰੀ ਗੱਲ ਕਰ ਰਹੇ। ਤੋ ਮੇਰਾ ਕਹਿਣ ਦਾ ਮਤਲਬ ਇਹ ਹੈ, ਜੇ ਜਾਂ ਤਾਂ ਤੁਸੀਂ ਜਾਣਬੁੱਝ ਕੇ ਬੇਈਮਾਨੀ ਕੀਤੀ, ਜਾਂ ਤੁਸੀਂ ਇੰਨੇ ਕਾਬਲੇ ਨਹੀਂ ਸੀ, ਇੰਨੀ ਤੁਹਾਡੀ ਸਮਝ ਹੀ ਨਹੀਂ ਸੀ, ਇੰਨੀ ਤੁਹਾਡੀ ਔਕਾਤ ਹੀ ਨਹੀਂ ਸੀ, ਇੰਨਾ ਤੁਸੀਂ ਖੱਪ ਨਹੀਂ ਸੀ ਸਕਦੇ। ਪਾਰਲੀਮੈਂਟ ਦੇ ਵਿੱਚ ਜਾ ਕੇ ਬੋਲਣਾ ਬਹੁਤ ਔਖਾ ਹੁੰਦਾ, ਇਸ਼ੂਜ਼ 'ਤੇ ਬੋਲਣਾ ਪੈਂਦਾ ਔਰ ਇਸ਼ੂਜ਼ ਨੂੰ ਸਮਝਣਾ ਪੈਂਦਾ ਔਰ ਉਸ 'ਤੇ ਵਿਚਾਰ ਕਰਨੀ ਪੈਂਦੀ ਹੈ। ਪ੍ਰੈਸੀਜਨ ਚਾਹੀਦੀ ਹੈ ਤੁਹਾਨੂੰ। ਤੋ ਜੇ ਕੋਈ ਬੰਦਾ ਇਹ ਕਹੇ ਵੀ ਮੈਂ ਤਾਂ ਹੁਣ ਮਤਲਬ ICS IAS ਬਣ ਗਿਆ, ਹੁਣ ਮੈਨੂੰ ਕਿਸੇ ਗੱਲ ਦੀ ਸਮਝ ਦੀ ਲੋੜ ਨਹੀਂ, ਤਾਂ ਉਸ ਦੇ ਨਾਲ ਮਤਲਬ ਗੱਲ ਪੂਰੀ ਨਹੀਂ ਹੁੰਦੀ। ਦੂਜੇ ਸੂਬਿਆਂ ਦੇ ਮੈਂਬਰਸ ਆਫ ਦੀ ਪਾਰਲੀਮੈਂਟ ਬੋਲਦੇ ਆ ਇਸ਼ੂਜ਼ ਦੇ ਉੱਤੇ,
ਪਰ ਬਦਕਿਸਮਤੀ ਦੇ ਨਾਲ ਜਿਹੜੇ ਅਸੀਂ ਮੈਂਬਰ ਪਾਰਲੀਮੈਂਟ ਭੇਜੇ ਆ ਉਹ ਇਸ਼ੂਸ 'ਤੇ ਕਦੇ ਨਹੀਂ ਬੋਲੇ। ਇਮੋਸ਼ਨਲ ਸਪੀਚਾਂ ਜਿਵੇਂ ਭਗਵੰਤ ਮਾਨ ਜੀ ਕਰਦੇ ਆ, ਕਰੀ ਜਾਓ, ਉਸ ਦੀ ਕੋਈ ਉਹਦੀ ਕੋਈ ਵੈਲਿਊ ਨਹੀਂ, ਉਹਦੀ ਕੋਈ ਰੈਲੇਵੈਂਸ। ਤਾਂ ਰੀਆਰਗੇਨਾਈਜੇਸ਼ਨ ਜਦੋਂ ਬਿੱਲ ਪੇਸ਼ ਹੋਇਆ ਜੀ, ਤਾਂ ਉਸ ਦੇ ਵਿੱਚ ਮਤਲਬ ਕਿ ਸਰਦਾਰ ਕਪੂਰ ਸਿੰਘ ਤੋਂ ਬਣਦਾ ਸੀ, ਕਿੱਕਰ ਸਿੰਘ ਤੋਂ ਤਾਂ ਕੀ ਬਣਨਾ, ਤਾਂ ਵਿਚਾਰਾ ਡਰਾਈਵਰ ਸੀ, ਅਨਪੜ੍ਹ ਆਦਮੀ ਸੀਗਾ, ਉਹ ਸਾਧ ਨੇ ਬਣਾ ਦਿੱਤਾ। ਤਾਂ ਮੇਰਾ ਮਤਲਬ ਬਹੁਤ ਵੱਡਾ ਨੁਕਸਾਨ ਹੋਇਆ। ਸਾਡੀਆਂ ਮਤਲਬ ਸਾਰਾ ਜਿਹੜਾ ਫਿਊਚਰ ਸੀ, ਇਕਨੋਮਿਕ ਫਿਊਚਰ ਪਾਣੀਆਂ ਦੇ ਇਸ਼ੂ ਦੇ ਉੱਤੇ, ਉਸ ਦੀ ਤਬਾਹੀ ਹੋ ਗਈ। ਕਿਉਂਕਿ ਉਹ ਜੇ ਉਸ ਵੇਲੇ ਮੈਂ ਕਹਿੰਦਾ ਇੱਕ ਮੈਂਬਰ ਆਫ ਦੀ ਪਾਰਲੀਮੈਂਟ ਵੀ ਹੁੰਦਾ ਜਿਸ ਨੂੰ ਇਸ ਗੱਲ ਦੀ ਨੌਲੇਜ ਹੁੰਦੀ, ਅੰਡਰਸਟੈਂਡਿੰਗ ਹੁੰਦੀ, ਕੈਪੇਬਿਲਿਟੀ ਹੁੰਦੀ, ਔਰ ਉਹ ਬੋਲ ਸਕਦਾ ਪਾਰਲੀਮੈਂਟ ਦੇ ਵਿੱਚ, ਇਸ ਗੱਲ 'ਤੇ ਠੱਲ ਪੈ ਸਕਦੀ ਸੀ, ਮੇਰਾ ਇਹ ਮੰਨਣਾ। ਤਾਂ ਘੱਟ ਤੋਂ ਘੱਟ ਜਿਹੜੇ ਸਾਊਥ ਇੰਡੀਆ ਦੇ ਜਿਹੜੇ ਮੈਂਬਰਸ ਆਫ ਦੀ ਪਾਰਲੀਮੈਂਟ, ਉਹ ਤਾਂ ਜ਼ਰੂਰ ਇਸ ਗੱਲ ਦੇ ਉੱਤੇ ਹਮੀ ਭਰਦੇ ਪੰਜਾਬ ਦੇ ਇਸ਼ੂ ਦੇ ਉੱਤੇ ਵੀ ਇਹ ਕੀ ਕਰ ਰਹੇ ਹੋ ਤੁਸੀਂ। ਲੇਕਿਨ ਉਹ ਹੋ ਗਿਆ ਇਸ ਕਰਕੇ ਕਿ ਸਰਦਾਰ ਕਪੂਰ ਸਿੰਘ ਨੇ ਆਪਣੇ ਮਤਲਬ ICS ਦੇ ਹੰਕਾਰ ਦੇ ਵਿੱਚ ਕਨਸਟੀਟਿਊਸ਼ਨ ਨਹੀਂ ਪੜ੍ਹਿਆ ਜਾਂ ਕਿਸੇ ਵਕੀਲ ਦੇ ਨਾਲ ਸਲਾਹ ਨਹੀਂ ਕੀਤੀ। ਤਾਂ ਇੱਕ ਬੜੀ ਤਰਾਸਦੀ ਹੈ, ਬੜੀ ਬਦਕਿਸਮਤੀ ਹੈ, ਬੜਾ ਇੱਕ ਮਤਲਬ ਸਮਝੋ ਵੀ ਦੁਖਾਂਤ ਹੈ ਜੀ, ਪੰਜਾਬ ਦੀ ਪੋਲੀਟਿਕਸ ਦਾ, ਪੰਜਾਬ ਦੇ ਇਤਿਹਾਸ ਦਾ ਇਹ ਦੁਖਾਂਤ। ਤਾਂ ਫਿਰ ਮਤਲਬ ਮੇਰਾ ਮਤਲਬ ਕਹਿਣ ਦਾ ਆ, ਫਿਰ ਜਦੋਂ ਝਗੜੇ ਚੱਲ ਪਏ, ਡਿਸਟ੍ਰੀਬਿਊਸ਼ਨ ਵਾਟਰ ਦੇ ਉੱਤੇ ਝਗੜੇ ਚੱਲੇ, ਐਜੀਟੇਸ਼ਨ ਹੋਏ। ਤਾਂ ਉਸ ਐਜੀਟੇਸ਼ਨ ਤੋਂ ਬਾਅਦ ਜੋ ਜਨਤਾ ਦੀ ਸਰਕਾਰ ਬਣੀ, ਮੁਰਾਰਜੀ ਦੇਸਾਈ ਪ੍ਰਾਈਮ ਮਿਨਿਸਟਰ ਬਣਾਇਆ ਇਸ ਮੁਲਕ ਦਾ, ਉਹਦਾ ਜਿਹੜਾ ਸ਼ੁਰੂਆਤ ਸੀਗੀ ਉਹ ਸੀਗੀ ਇਸ ਗੱਲ 'ਤੇ ਕਿ ਉਹ ਮੈਜਿਸਟ੍ਰੇਟ ਰਿਹਾ ਸੀ ਪ੍ਰੀ ਬ੍ਰਿਟਿਸ਼ ਟਾਈਮਸ ਦੇ। ਉਸ ਤੋਂ ਬਾਅਦ ਆਜ਼ਾਦੀ ਦੀ ਲੜਾਈ ਜੋ ਮਰਜ਼ੀ ਕਹਿ ਲਓ, ਉਹ ਇੱਧਰ ਕਾਂਗਰਸ ਦੇ ਉਸਨੇ ਜੁਆਇਨ ਕਰ ਲਈ। ਤਾਂ ਅਕਾਲੀਆਂ ਨੇ ਪ੍ਰੋਟੈਸਟ ਕੀਤਾ ਵੀ ਸਾਨੂੰ ਇਹ ਸਾਡਾ ਪਾਣੀਆਂ ਦਾ ਸਾਰਾ ਇਸ਼ੂ ਆ, ਇਸ ਨੂੰ ਤੁਸੀਂ ਟੋਟਲੀ ਰੈਫਰ ਕਰ ਦਿਓ ਟੂ ਦੀ ਸੁਪਰੀਮ ਕੋਰਟ। ਜੋ ਸੁਪਰੀਮ ਕੋਰਟ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦੇ ਮੁਤਾਬਕ ਫੈਸਲਾ ਕਰੇਗਾ ਸਾਨੂੰ ਮਨਜ਼ੂਰ ਹੋਏ। ਮੁਰਾਰਜੀ ਦੇਸਾਈ ਨੇ ਕੀ ਕੀਤਾ ਵੀ ਪੰਜਾਬ ਦਾ ਚੀਫ ਮਿਨਿਸਟਰ, ਇਸੇ ਤਰੀਕੇ ਨਾਲ ਹਰਿਆਣੇ ਦਾ ਚੀਫ ਮਿਨਿਸਟਰ, ਇਸੇ ਤਰੀਕੇ ਨਾਲ ਰਾਜਸਥਾਨ ਦਾ, ਤਿੰਨਾਂ ਚੀਫ ਮਿਨਿਸਟਰਾਂ ਨੂੰ ਬੁਲਾ ਲਿਆ। ਉਹ ਭੈਰੋ ਸਿੰਘ ਸਖਾਵਤ ਸੀਗਾ ਜਿਹੜਾ ਰਾਜਸਥਾਨ ਦਾ ਸੀ, ਇਹ ਜੇ ਸੀਗਾ ਇੱਥੇ ਦੇਵੀ ਲਾਲ ਚੌਧਰੀ, ਦੇਵੀ ਲਾਲ ਇੱਧਰਲੇ ਪਾਸੇ ਪ੍ਰਕਾਸ਼ ਸਿੰਘ ਬਾਦਲ ਸੀ। ਤਾਂ ਤੁਹਾਨੂੰ ਪਤਾ ਵੀ ਪ੍ਰਾਈਮ ਮਿਨਿਸਟਰ ਦੇ ਪਿੱਛੇ ਨਕਸ਼ਾ ਲੱਗਿਆ ਹੁੰਦਾ ਹਿੰਦੁਸਤਾਨ ਦਾ। ਤਾਂ ਪੰਜਾਬ ਵਾਲਿਆਂ ਨੇ ਕੇਸ ਆਪਣਾ ਪਲੀਡ ਕੀਤਾ ਵੀ ਦੇਖੋ ਜੀ ਸਾਡੇ ਦਰਿਆ ਜਿਹੜੇ ਉਹ ਸਿੰਗਲ ਸਟੇਟ ਰਿਵਰ ਆ ਜੀ, ਸਾਡੇ ਦਰਿਆ ਸਿੰਗਲ ਸਟੇਟ ਰਿਵਰ, ਉਹ ਕਿਸੇ ਦੂਸਰੇ ਸੂਬੇ 'ਚ ਜਾਂਦੇ ਨਹੀਂ, ਔਰ ਉਹ ਮਤਲਬ ਹੈਗੇ ਆ ਟ੍ਰਿਬਿਊਟਰੀ ਇੰਡਸ ਵਾਟਰ ਦੀ, ਜਿਹੜਾ ਕਿ ਤੁਹਾਨੂੰ ਪਤਾ ਵੀ ਪਾਕਿਸਤਾਨ ਦੇ ਵਿੱਚ ਚੱਲਦਾ, ਉਸ ਤੋਂ ਬਾਅਦ ਜਾ ਕੇ ਅਰੇਬੀਅਨ ਸੀ 'ਚ ਗਿਰ ਜਾਂਦਾ। ਤਾਂ ਮੁਰਾਰਜੀ ਦੇਸਾਈ ਨੇ ਪੁੱਛਿਆ ਦੋਨਾਂ ਨੂੰ, हरियाणा ਤੇ राजस्थान ਦੇ चीफ मिनिस्टर ਨੂੰ भी बताओ भाई ये नक्शा है पीछे, इस नक्शे में मेरे को बताओ भी इनके जो दरिया आपके सूबे में जाते हैं या नहीं जाते। वो कहते नहीं जाते क्योंकि दिखदा। तो फिर वो कहने लगा भी ये क्या कहते हैं पंजाब के लोग। वो चुप कर गया, वो कहते ये यही कहते हैं ना भी सुप्रीम कोर्ट को केस दे दो। तो सुप्रीम कोर्ट को केस दे दो, जो सुप्रीम कोर्ट हिंदुस्तान के कॉन्स्टिट्यूशन के मुताबिक फैसला करेगा वो मंजूर होना चाहिए। जुडिशियस माइंड सी। तो उधर उन्होंने दे कोल कोई जवाब नहीं सी, वो फिर उन्हें रैफर कर दिता, सारा केस रैफर कर दिता कि जो सुप्रीम कोर्ट फैसला करेगा वो एक्सैप्टेबल होएगा, वही इंप्लीमेंट होएगा। उस तो बाद जी जी जनता की सरकार आ, थोनों पता 23-24 महीने, मैनू एग्जैक्टली फिगर नहीं याद, चल के वो टुट गई। टुटन तो बाद इलैक्शन हुई, फिर इंदिरा गांधी प्राइम मिनिस्टर बन गई इस मुल्क की। और इंदिरा उस नाल दी नाल साइमल्टेनियसली 8 स्टेटां दे विच भी ਜਿਹੜੀਆਂ ਸਰਕਾਰਾਂ ਸੀਗੀਆਂ ਉਹ ਟੁੱਟ ਗਈਆਂ ਦੂਜੀਆਂ ਆਪੋਜੀਸ਼ਨ ਦੀਆਂ। ਤੇ ਪੰਜਾਬ ਦੇ ਵਿੱਚ ਦਰਬਾਰਾ ਸਿੰਘ ਪੰਜਾਬ ਦਾ ਚੀਫ ਮਿਨਿਸਟਰ ਬਣ ਗਿਆ ਤੇ ਦਰਬਾਰਾ ਸਿੰਘ ਹੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰੈਜ਼ੀਡੈਂਟ ਸੀ ਜੀ। ਇਹ ਸਾਰੀਆਂ ਗੱਲਾਂ ਮੈਂ ਆਪਣੇ ਅੱਖਾਂ ਦੇ ਵਿੱਚ ਦੇਖੀਆਂ ਵੀ ਆ, ਔਰ ਮੈਂ ਇਸ ਦੇ ਉੱਤੇ ਮਤਲਬ ਸਮਝੋ ਵੀ ਮਾਨਸਿਕ ਤੌਰ ਤੇ ਰੋਂਦਾ ਵੀ ਰਿਹਾ, ਔਰ ਮੈਂ ਕਰਸ ਕਰਦਾ ਰਿਹਾ ਜਿਨ੍ਹਾਂ ਲੀਡਰਾਂ ਨੇ ਬੇਈਮਾਨੀ ਦੇ ਨਾਲ ਔਰ ਸਾਡੇ ਪੰਜਾਬ ਨੂੰ ਤਬਾਹ ਕੀਤਾ। ਮਤਲਬ ਇਕਨੋਮਿਕਲੀ ਸਾਡਾ ਪਾਣੀ ਵਡਮੁੱਲੀ ਸਾਡੀ ਜਾਇਦਾਦ ਆ ਉਹ ਦੂਸਰੇ ਸੂਬਿਆਂ ਨੂੰ ਦੇ ਦਿੱਤੀ। ਤਾਂ ਉਹਨੇ ਮਤਲਬ ਦਰਬਾਰਾ ਸਿੰਘ ਸੁਪਰੀਮ ਕੋਰਟ ਕੋਲ ਕੇਸ ਸੀ, ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਨੂੰ ਬੁਲਾਇਆ ਵੀ ਤੂੰ ਜਾ ਕੇ ਕੇਸ ਵਿਡਰਾ ਕਰ ਲਾ, ਐਗਰੀਮੈਂਟ ਕਰ ਲਾ। ਤਾਂ ਉਸਨੇ ਪਹਿਲਾਂ ਇਨੀਸ਼ੀਅਲੀ ਨਾ ਕੀਤੀ,
ਜਦੋਂ ਉਸਨੇ ਨਾ ਕੀਤੀ ਤਾਂ ਉਸ ਨੂੰ ਉਹਨੇ ਲਾਤਾ ਪ੍ਰਦੇਸ਼ ਕਾਂਗਰਸ ਕਮੇਟੀ ਤੋਂ, ਔਰ ਇਹ ਥ੍ਰੈਟਨ ਕਰ ਦਿੱਤਾ ਵੀ ਮਤਲਬ ਹੁਣ ਅਗਲਾ ਜਿਹੜਾ ਹੋਏਗਾ ਤੈਨੂੰ ਚੀਫ ਮਿਨਿਸਟਰ ਦੀ ਕੁਰਸੀ ਛੱਡਣੀ ਪਊ। ਦਰਬਾਰੇ ਨੂੰ ਇਹ ਗੱਲ ਕਹੀ ਤਾਂ ਉਹ ਡਰ ਗਿਆ, ਕਿਉਂਕਿ ਇਹਨਾਂ ਲੋਕਾਂ ਨੂੰ ਕੁਰਸੀ ਨਾਲ ਪਿਆਰ ਸੀ, ਲਾਲਚ ਸੀ, ਬੇਈਮਾਨੀ ਸੀ, ਹੇਰਾ ਫੇਰੀ ਸੀ, ਠੱਗੀ ਠੋਰੀ ਸੀ, ਕੋਈ ਵਚਨਬੱਧਤਾ ਹੈ ਹੀ ਨਹੀਂ ਇਹਨਾਂ ਦੀ ਲੋਕਾਂ ਦੀ ਸੀ। ਤਾਂ ਉਸ ਬੰਦੇ ਨੇ ਉਹ ਕੇਸ ਵਿਡਰਾ ਕਰ ਲਿਆ, ਔਰ ਜਦੋਂ ਕਿਉਂਕਿ ਐਗਰੀਮੈਂਟ ਕਰ ਲਿਆ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਵਿੱਚ, ਜਿਹਦੇ ਵਿੱਚ ਲਿਖ ਕੇ ਦੇ ਦਿੱਤਾ ਵੀ ਅਸੀਂ ਤੁਹਾਨੂੰ ਇੰਨਾ ਪਾਣੀ ਦੇਵਾਂਗੇ। ਜਿਹੜਾ ਅਵਾਰਡ ਸੀ ਇੰਦਰਾ ਗਾਂਧੀ ਦਾ, ਉਹੀ ਉਹਨਾਂ ਨੇ ਇੰਪਲੀਮੈਂਟ ਕਰ ਲਿਆ ਜਿਹੜਾ ਪਹਿਲਾਂ ਦਿੱਤਾ ਸੀ। ਤੋ ਮੇਰਾ ਮਤਲਬ ਕਹਿਣ ਦਾ ਹੈ ਇਹ ਬਹੁਤ ਵੱਡਾ ਲੈਂਡਮਾਰਕ ਆ ਪੰਜਾਬ ਦੀ ਪਾਣੀਆਂ ਦੀ ਬਰਬਾਦੀ ਦਾ, ਪੰਜਾਬ ਦੀ ਇਕੋਨਮੀ ਦੀ ਤਬਾਹੀ ਦਾ, ਜਿਹੜਾ ਦਰਬਾਰੇ ਨੇ ਸਾਈਨ ਕੀਤਾ ਐਗਰੀਮੈਂਟ। ਦੇਵੀ ਲਾਲ ਭੈਰੋ ਸਿੰਘ ਸਖਾਵਤ ਤੇ ਦਰਬਾਰਾ ਸਿੰਘ ਨੇ ਆਪ ਸਾਈਨ ਕਰਕੇ ਵੀ ਅਸੀਂ ਪਾਣੀ ਤੁਹਾਨੂੰ ਦੇਵਾਂਗੇ। ਜਦੋਂ ਤੁਸੀਂ ਆਪ ਹੀ ਸਾਈਨ ਕਰ ਲਿਆ ਤਾਂ ਜਿਹੜੇ ਸੁਪਰੀਮ ਕੋਰਟ ਦੇ ਕੇਸ ਦੀ ਕੋਈ ਵੈਲਿਊ ਨਹੀਂ ਹੁੰਦੀ। ਜਿਹੜੀਆਂ ਡਿਸਪਿਊਟਡ ਪਾਰਟੀਆਂ, ਝਗੜਾ ਕਰ ਰਹੀਆਂ ਪਾਰਟੀਆਂ ਆਪਸ ਫੈਸਲਾ ਕਰ ਲੈਣ, ਐਗਰੀਮੈਂਟ ਕਰਨ, ਤਾਂ ਉਹਦੀ ਕੀ ਔਕਾਤ? ਨਹੀਂ ਬੋਲ ਸਕਦੇ, ਨਹੀਂ ਕੁਛ ਨਹੀਂ। ਉਹ ਕੇਸ ਵਾਪਸ ਹੋ ਗਿਆ, ਐਗਰੀਮੈਂਟ ਹੋ ਗਿਆ। ਹੁਣ ਇਹਦਾ ਕੋਈ ਫਿਊਚਰ ਹੈ ਪੰਜਾਬ ਦੇ ਪਾਣੀਆਂ ਦਾ, ਅੱਗੇ ਦਰਿਆਈ ਪਾਣੀਆਂ ਦਾ? ਮੈਂ ਤੁਹਾਨੂੰ ਦੱਸਦਾ ਤੋ ਇਹ ਕਹਾਣੀ ਬੜੀ ਲੰਬੀ ਆ। ਇਹ ਕਹਾਣੀ ਹੈ ਟ੍ਰੈਜਡੀ, ਪੰਜਾਬ ਦੀ ਇੱਕ ਟ੍ਰੈਜਡੀ ਆ, ਪੰਜਾਬ ਦੀ ਇੱਕ ਬਰਬਾਦੀ ਹੈ, ਪੰਜਾਬ ਦੀ ਇੱਕ ਤਬਾਹੀ ਹੈ, ਮਤਲਬ ਜਿਸ ਦਾ ਤੁਸੀਂ ਅੰਦਾਜ਼ਾ ਲਾ ਨਹੀਂ ਸਕਦੇ। ਤੋ ਉਸੇ ਆਧਾਰ ਦੇ ਉੱਤੇ ਇੰਦਰਾ ਗਾਂਧੀ ਨੇ ਕਾਪੂਰੀ ਦੇ ਵਿੱਚ SYL ਦੇ ਉੱਤੇ ਟੱਕ ਲਾ ਦਿੱਤਾ 1981 ਦੇ ਵਿੱਚ। ਤਾਂ ਜਦੋਂ ਟੱਕ ਲਾਇਆ ਪੰਜਾਬ 'ਚ ਪ੍ਰੋਟੈਸਟ ਹੋ ਗਿਆ ਵੀ ਅਨਕਨਸਟੀਟਿਊਸ਼ਨਲੀ ਤੁਸੀਂ ਸਾਡਾ ਪਾਣੀ ਲਿਜਾ ਰਹੇ ਹੋ। ਪਹਿਲਾਂ ਵੀ ਪਾਣੀ ਜਾ ਰਿਹਾ ਸੀ, ਉਹਨੇ ਹੋਰ ਵੀ। ਤਾਂ 116 ਕਿਲੋਮੀਟਰ ਤੇ ਜਾਣਾ ਸੀ, ਔਰ ਉਹ ਜਾਣਾ ਸੀ ਮਤਲਬ ਟੋਪੋਗ੍ਰਾਫੀ ਦੇ ਬਿਲਕੁਲ ਉਲਟ ਉੱਪਰ ਨੂੰ ਜਾਣਾ ਸੀ। ਸਾਰੇ ਪੰਜਾਬ ਦੇ ਜਿਹੜੇ ਪਾਣੀ ਆ ਉਹ ਇੱਧਰ ਨੂੰ ਜਾਂਦੇ, ਲੈਂਦੇ ਵੱਲ ਨੂੰ, ਇੱਧਰ ਨੂੰ ਜਾਂਦੇ। ਤਾਂ ਉਹ ਮਤਲਬ ਉੱਥੋਂ ਵੀ ਲਿਫਟ ਇਰੀਗੇਸ਼ਨ ਹੋਣੀ ਸੀ। ਖੈਰ ਉਹਦੀ ਮੈਂ ਬਹੁਤ ਮਤਲਬ ਕਹਾਣੀ, ਉਸ ਦੇ ਖਿਲਾਫ ਤੁਹਾਨੂੰ ਪਤਾ ਵੀ ਧਰਮ ਯੁੱਧ ਮੋਰਚਾ, ਉਸ ਦੇ ਕਪੂਰੀ ਮੋਰਚਾ, ਫਿਰ ਧਰਮ ਯੁੱਧ ਮੋਰਚਾ, ਫਿਰ ਦਰਬਾਰ ਸਾਹਿਬ ਤੇ ਅਟੈਕ, ਫਿਰ ਕਿਸ ਤਰੀਕੇ ਨਾਲ ਵੁੱਡਰੋਜ਼ ਜੋ ਚੱਲਿਆ, ਪਿੰਡਾਂ ਦੇ ਵਿੱਚੋਂ ਲੋਕਾਂ, ਹਜ਼ਾਰਾਂ ਸਿੱਖ ਮਾਰੇ ਗਏ, ਦਰਬਾਰ ਸਾਹਿਬ ਟਾਟੇਰੀ ਕਰਤਾ, ਸ਼੍ਰੀ ਅਕਾਲ ਤਖਤ ਸਾਹਿਬ ਟਾਟੇਰੀ ਕਰ ਦਿੱਤਾ। ਉਸ ਤੋਂ ਬਾਅਦ ਕੀ ਹੁੰਦਾ ਦੇਖੋ, ਟ੍ਰੈਜਡੀ ਹੋਰ। ਤਾਂ ਜਿਹੜਾ ਸੀ ਉਹਨਾਂ ਨੇ ਕੀ ਕੀਤਾ, ਸੈਂਟਰ ਗਵਰਨਮੈਂਟ ਨੇ ਕੱਢ ਕੇ ਲੌਂਗੋਵਾਲ, ਜਿਹੜਾ ਟੋਟਲੀ ਡਿਸਕ੍ਰੈਡਿਟਡ ਬੰਦਾ ਸੀ, ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਵੀ ਮੈਂ ਜਾਨ ਦੇ ਦੂੰਗਾ ਜੇ ਕਿਤੇ ਇੱਥੇ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਜਾਂ ਫੌਜ ਆ ਗਈ, ਔਰ ਉਸ ਆਪਣੇ ਆਪ ਨੂੰ ਮਰਜੀਵੜਾ ਕਹਿੰਦਾ ਸੀ, ਔਰ ਤੁਹਾਨੂੰ ਪਤਾ ਵੀ ਸਹੁੰ ਵੀ ਖਾਧੀ ਸੀ। ਉਸ ਬੰਦੇ ਨੇ ਸਰੈਂਡਰ ਕੀਤਾ, ਔਰ ਸਰੈਂਡਰ ਕਰਨ ਤੋਂ ਬਾਅਦ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਉਹਨਾਂ ਨੇ ਉਹਨੂੰ ਜੇਲ੍ਹ 'ਚੋਂ ਬਾਹਰ ਕੱਢ ਕੇ ਉਹਨੂੰ ਲੀਡਰਸ਼ਿਪ ਉਹਦੀ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਵੀ ਕੋਸ਼ਿਸ਼ ਹੋ ਰਹੀ ਹੈ, ਤੁਹਾਨੂੰ ਪਤਾ ਹੀ ਹੈ। ਪਿਛਲੀ ਇੰਟਰਵਿਊ 'ਚ ਮੈਂ ਤੁਹਾਨੂੰ ਦੱਸਿਆ ਕਿਸ ਤਰੀਕੇ ਨਾਲ ਵੱਡੇ ਇਸ਼ਤਿਹਾਰ ਲਾ ਕੇ ਉਸ ਦੀ 36ਵੀਂ ਬਰਸੀ ਦੇ ਉੱਤੇ ਕਰੋੜਾਂ ਰੁਪਏ ਦੇ ਸਰਕਾਰ ਇਸ਼ਤਿਹਾਰ ਖਰਚ ਕਰਦੀ ਹੈ। ਤਾਂ ਖੈਰ ਨਹੀਂ ਹੋ, ਰਾਜੀਵ ਲੌਂਗੋਵਾਲ ਅਕੋਰਡ ਸਾਈਨ ਹੋਇਆ, ਜਿਸ ਅਕੋਰਡ ਦੇ ਵਿੱਚ ਲੌਂਗੋਵਾਲ ਨੇ ਆਪਣੀ 9ਵੀਂ ਮਦਦ ਦੇ ਵਿੱਚ ਲਿਖ ਕੇ ਦੇ ਦਿੱਤਾ ਕਿ ਅਸੀਂ SYL ਪੱਟ ਕੇ ਦੇਵਾਂਗੇ 15 ਅਗਸਤ 1986 ਤੱਕ। ਠੀਕ ਹੈ ਜੀ। ਇਹ ਤੁਹਾਡੀ ਲੀਡਰਸ਼ਿਪ ਹੈ, ਇਹ ਤੁਹਾਡੇ ਚੀਫ ਮਿਨਿਸਟਰ ਆ, ਇਹ ਤੁਹਾਡੇ ਲੀਡਰ ਆ। 2 ਐਗਰੀਮੈਂਟ ਆ, ਇੱਕ ਤਾਂ ਦਰਬਾਰੇ ਨੇ ਕੀਤਾ, ਇੱਕ ਦੂਸਰੇ ਪਾਸੇ ਲੌਂਗੋਵਾਲ ਨੇ ਕੀਤਾ, ਜਿਸ ਦੇ ਵਿੱਚ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦੀ ਲੁੱਟ ਆਪ ਹੀ ਦਸਤਖਤ ਕਰਕੇ ਦੇ ਦਿੱਤੀ। ਤੋ ਹੁਣ ਉਹ ਮੈਨੂੰ ਬਹੁਤ ਸਾਰੇ ਲੋਕ ਪੁੱਛਦੇ ਆ ਵੀ ਇਹਦਾ ਰਸਤਾ, ਮੈਂ ਕਿਹਾ ਇਸ ਦਾ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ। ਇਸ ਬੰਦੇ ਨੇ, ਅਮਰਿੰਦਰ ਸਿੰਘ ਨੇ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ ਪਾਸ ਕੀਤਾ ਸੀ ਪਿਛਲੀ ਵਾਰ ਜੀ। ਤਾਂ ਦੂਸਰੇ ਪਾਸੇ ਉਹ ਐਕਟ ਪਾਸ ਕਰ ਰਿਹਾ, ਇੱਕ ਪਾਸੇ ਵੱਡੇ ਇਸ਼ਤਿਹਾਰ ਲਾ ਕੇ ਕਹਿੰਦਾ ਵੀ ਜਿਹੜਾ ਹਰਚੰਦ ਸਿੰਘ ਲੌਂਗੋਵਾਲ ਅਪੋਸਲ ਆਫ ਪੀਸ, ਵੀ ਪੀਸ ਦਾ ਪੈਗੰਬਰ, ਜਿਸ ਨੂੰ ਤੁਸੀਂ ਪੰਜਾਬੀ 'ਚ ਟਰਾਂਸਲੇਟ ਕਰੋ। ਤੋ ਇਹ ਸਾਡੇ ਚੀਫ ਮਿਨਿਸਟਰ ਆ, ਮਾफ़ ਕਰਨਾ, ਪੰਜਾਬ ਦੇ ਲੋਕਾਂ ਨੂੰ, ਪੰਜਾਬ ਨੰਬਰ 1 ਤੇ ਸੀ ਇਕਨੋਮਿਕਲੀ, ਅੱਜ ਪੰਜਾਬ 16ਵੇਂ ਨੰਬਰ ਤੇ। ਅੱਜ ਪੰਜਾਬ 16ਵੇਂ, ਪੰਜਾਬ ਦੇ ਵਿੱਚ ਐਕਸਟ੍ਰੀਮ ਕਿਸਮ ਦੀ ਅਨਐਮਪਲੋਇਮੈਂਟ ਆ। ਤੁਹਾਡਾ ਟੋਟਲ ਸਿਸਟਮ ਜਿਹੜਾ ਹੈਗਾ ਗਵਰਨਮੈਂਟ ਦਾ ਉਹ ਕਲੈਪਸ ਕਰ ਚੁੱਕਿਆ,
ਔਰ ਬੇਗੁਨਾਹ ਬੇਕਸੂਰ ਬੰਦਿਆਂ ਨੂੰ, ਬੱਚਿਆਂ ਨੂੰ ਜੇਲ੍ਹਾਂ 'ਚ ਸਿੱਟਿਆ, ਸਿੱਖ ਬੱਚਿਆਂ ਨੂੰ ਮਾਫ ਕਰਨਾ। ਬਹੁਤ ਜ਼ਾਤੀਆਂ ਅਮਰਿੰਦਰ ਨੇ ਕੀਤੀਆਂ ਮੋਦੀ ਦੇ ਇਸ਼ਾਰੇ ਤੇ, ਔਰ ਆਪਣੀ ਜਿਹੜੀ ਕਰਪਸ਼ਨ ਇਹਨੇ ਅਰਬਾਂ ਖਰਬਾਂ ਰੁਪਏ ਦੀ ਕੀਤੀ ਹੈ ਉਸ ਨੂੰ ਬਚਾਉਣ ਦੇ ਲਈ। ਮਤਲਬ ਇਤਨਾ ਗੁਨਾਹਗਾਰ ਇਨਸਾਨ ਉਹਨੂੰ ਟ੍ਰਿਬਿਊਟ ਪੇਸ਼ ਕੀਤੇ ਨਾ ਕਾਂਗਰਸ ਨੇ। ਮੈਂ ਸਮਝਦਾ ਜੇ ਕੋਈ ਹੋਰ ਮੁਲਕ ਹੁੰਦਾ ਤਾਂ ਇਸ ਨੂੰ ਸਿੱਧੀ ਜੇਲ੍ਹ ਦੇ ਵਿੱਚ ਜਾਣਾ ਚਾਹੀਦਾ ਸੀ। ਔਰ ਹੁਣ ਤੁਸੀਂ ਟ੍ਰਿਬਿਊਟ, ਇੱਕ ਪਾਸੇ ਤੁਸੀਂ ਉਸ ਨੂੰ ਇਹ ਕਹਿ ਰਹੇ ਹੋ ਵੀ ਇਨਕੰਪੀਟੈਂਟ ਰਿਹਾ, ਇਸ ਨੇ ਕੋਈ ਚੀਜ਼ ਕੀਤੀ ਹੀ ਨਹੀਂ 4.5 ਸਾਲ ਦੇ ਵਿੱਚ, ਦੂਸਰੇ ਪਾਸੇ ਉਹਨੂੰ ਟ੍ਰਿਬਿਊਟ ਪੇ ਕਰ ਰਹੇ। ਕਿੰਨੀ ਕੰਟਰਡਿਕਸ਼ਨ ਹੈ ਕਾਂਗਰਸ ਦੀ। ਹੁਣ ਆ ਗਏ ਜੀ ਨਵੇਂ ਚੀਫ ਮਿਨਿਸਟਰ ਸਾਹਿਬ, ਪਰਸੋਂ ਆਏ। ਹਾਂਜੀ, ਚੰਨੀ ਜੀ, ਚਰਨਜੀਤ ਸਿੰਘ ਚੰਨੀ। ਮੈਂ ਇਹਨਾਂ ਨੂੰ ਜਾਣਦਾ ਨਹੀਂ, ਮੈਂ ਇਹਨਾਂ ਨਾਲ ਕਦੇ ਮੇਰਾ ਕੋਈ ਇੰਟਰੈਕਸ਼ਨ, ਕਦੇ ਸਰਕਾਰ 'ਚ ਤਾਂ ਮਤਲਬ ਰਹੇ ਮਿਨਿਸਟਰ ਮਾੜੇ ਮੋਟੇ। ਅੱਜ ਇਮਤਿਹਾਨ ਦੇ ਜਿਹੜੇ ਸੈਂਟਰ ਜਿਹੜਾ ਹੈ ਨਾ ਹਾਲ ਦੇ ਵਿੱਚ ਐਂਟਰ ਕਰ ਰਿਹਾ, ਜਿਸ ਤਰ੍ਹਾਂ ਬੱਚੇ ਇਮਤਿਹਾਨ ਦੇ ਵਿੱਚ ਜਾ ਰਹੇ ਹੁੰਦੇ ਆ ਨਾ, ਤਾਂ ਹੱਥ ਦੇ ਵਿੱਚ ਉਹਨਾਂ ਦੇ ਕਲਮਾਂ ਹੁੰਦੀਆਂ, ਫੱਟੀਆਂ ਹੁੰਦੀਆਂ, ਜਿੱਥੇ ਬੈਠ ਕੇ ਉਹਨਾਂ ਨੇ ਇਮਤਿਹਾਨ ਦੇਣਾ। ਉਹ ਪਰਸੋਂ ਹੀ ਵਿਚਾਰੇ ਐਂਟਰ ਕੀਤੇ ਆ। ਮੈਂ ਸਮਝਦਾ ਬੜੀਆਂ ਗੱਲਾਂ ਉਹਨਾਂ ਨੇ, 5 ਨੁਕਾਤੀ ਪ੍ਰੋਗਰਾਮ ਕਿਹਾ, ਬੜੇ ਗਿੱਧੇ ਪਾਏ ਆ। ਉਹ ਇਨਸਾਨ ਉਹ ਗੁਰੂ ਮਹਾਰਾਜ ਨੂੰ ਵੀ, 10ਵੇਂ ਪਾਤਸ਼ਾਹ ਨੂੰ ਵੀ ਸਮਰਪਿਤ ਉਹਨਾਂ ਨੇ ਕਈ ਗੱਲਾਂ। ਇਸੇ ਤਰੀਕੇ ਨਾਲ ਗੁਰਦੁਆਰੇ 'ਚ ਕੀ ਗੁਰਦੁਆਰੇ, ਕੀ ਗੁਰੂ ਗ੍ਰੰਥ ਸਾਹਿਬ, ਕੀ ਗੁਰੂ ਇਹ ਨਹੀਂ ਕਹਿ ਰਿਹਾ ਵੀ ਬੇਗੁਨਾਹ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਸਿੱਖ ਬੱਚੇ ਆ, ਉਹਨਾਂ ਦੀਆਂ ਭਾਵਨਾਵਾਂ ਨੂੰ ਕੌਣ ਦੇਖੇਗਾ। ਅੱਜ ਕੋਈ ਵੀ ਪਾਰਟੀ, ਅਸੋਕਾਲ ਅਕਾਲੀ ਦਲ, ਮਤਲਬ ਇਹਨਾਂ ਦੀ ਜ਼ਮੀਰ ਮਰ ਚੁੱਕੀ ਹੈ, ਇਹਨਾਂ ਦੀ ਜ਼ਹਿਨੀਅਤ ਖਤਮ ਹੋ ਚੁੱਕੀ ਹੈ ਕਿ ਕਿਉਂ ਨਹੀਂ ਕਹਿੰਦੇ ਵੀ ਉਹਨਾਂ ਬੱਚਿਆਂ ਨੂੰ, ਆਹ ਜਿਹੜਾ ਜੱਗੀ ਜੌਹਲਾ ਵਿਚਾਰਾ, ਉਹਦਾ ਕੀ ਕਸੂਰ? ਕਿਸੇ ਦੇ ਸੋਟੀ ਨਹੀਂ ਮਾਰੀ, ਕਿਸੇ ਦੇ ਬੰਦੂਕ ਨਹੀਂ ਮਾਰੀ, ਕਿਸੇ ਦੀ ਤਲਵਾਰ ਨਹੀਂ ਮਾਰੀ। ਉਹ ਵਿਚਾਰੇ ਨੂੰ ਆਪਣੇ ਵਿਆਹ ਤੋਂ ਕੁਝ ਦਿਨ ਪਹਿਲਾਂ ਤੋਂ ਚੱਕ ਕੇ UAPA ਦੇ ਵਿੱਚ ਉਹਨੂੰ ਵਿਚਾਰੇ ਨੂੰ ਸਿੱਟਿਆ। ਇਸੇ ਤਰੀਕੇ ਨਾਲ ਕਿਸੇ ਦੇ ਘਰੇ ਲਿਟਰੇਚਰ, ਉਸ ਨੂੰ ਤੁਸੀਂ ਜੇਲ੍ਹਾਂ 'ਚ ਸਿੱਟ ਦਿਓ। ਮਤਲਬ ਸੈਂਕੜੇ ਬੱਚੇ ਇਸ ਅਮਰਿੰਦਰ ਸਿੰਘ ਗੁਨਾਹਗਾਰ ਨੇ, ਕਰਪਟ ਇਨਸਾਨ ਨੇ, ਜਿਸ ਨੇ ਕੰਜਰੀਆਂ ਦੇ ਨਾਚ ਕੀਤੇ ਔਰ ਕਿਸ ਨੇ ਬਰਬਾਦ ਪੰਜਾਬ ਨੂੰ। ਔਰ ਮੈਂ ਤੁਹਾਨੂੰ ਹੋਰ ਦੱਸਦਾ ਇੱਕ ਬੜੀ ਗੱਲ, ਇਸ ਦੀ ਗੱਦੀ 'ਤੇ ਲੈਣ ਤੋਂ 7-8 ਦਿਨ ਪਹਿਲਾਂ ਜੀ ਪਰਨੀਤ ਕੌਰ ਜਿਹੜੀ ਇਹਦੀ ਘਰ ਵਾਲੀ ਆ ਨਾ, ਉਸ ਨੇ ਇੱਕ ਸਟੇਟਮੈਂਟ ਦਿੱਤੀ ਮੋਹਾਲੀ ਦੇ ਵਿੱਚ ਜੀ। ਉਹ ਕੀ ਸਟੇਟਮੈਂਟ ਦਿੰਦੀ ਹੈ? ਉਹ ਇਹ ਸਟੇਟਮੈਂਟ ਦੇ ਰਹੀ ਆ ਕਿ ਜਿਹੜੇ ਲੋਕ ਅਮਰਿੰਦਰ ਸਿੰਘ ਦਾ ਮਹਾਰਾਜਾ ਸਾਹਿਬ ਕਹਿੰਦੀ ਉਹਨੂੰ, ਮੈਂ ਤਾਂ ਇਹਨੂੰ ਕਦੇ ਮਹਾਰਾਜਾ ਕਿਹਾ ਹੀ ਨਹੀਂ, ਮਹਾਰਾਜਾ ਸਾਡਾ ਗੁਰੂ ਆ, ਸਾਡਾ ਮਹਾਰਾਜਾ ਗੁਰੂ ਆ। ਬਿਲਕੁਲ। ਤੋਂ ਮੇਰਾ ਮਤਲਬ ਕਹਿਣ ਦਾ, ਉਹਨੇ ਕਿਹਾ ਵੀ ਇਸ ਤਰ੍ਹਾਂ ਕਰਕੇ ਉਹਦੇ ਸਿਰ ਤੇ, ਉਹਨੇ ਲਫ਼ਜ਼ ਮੈਂ ਮਾਰਕ ਕਰਦਾ, ਉਹਦੇ ਸਿਰ ਤੇ, ਅਮਰਿੰਦਰ ਸਿੰਘ ਦੇ ਸਿਰ ਦੇ ਉੱਤੇ 40 ਸਾਲ ਐਸ਼ ਕੀਤੀ ਹੈ। ਲਫ਼ਜ਼ ਐਸ਼ ਦਾ ਇਸਤੇਮਾਲ ਕੀਤਾ ਪਰਨੀਤ ਕੌਰ ਨੇ ਜੀ। ਮੈਨੂੰ ਬੜਾ ਦੁੱਖ ਲੱਗਿਆ, ਮੇਰੇ ਦਿਲ ਤੇ ਸੱਟ ਵੱਜੀ ਵੀ ਤੁਸੀਂ ਐਸ਼ ਕਰਨ ਆ ਰਹੇ ਹੋ, ਤੁਸੀਂ ਐਸ਼ ਕਰਨ ਆ ਰਹੇ ਹੋ, ਸੇਵਾ ਕਰਨ ਆ ਰਹੇ ਹੋ ਲੋਕਾਂ ਦੀ ਜੀ। ਤੁਸੀਂ ਲੋਕਾਂ ਦਾ ਦੁੱਖ ਦੂਰ ਕਰਨ ਆ ਰਹੇ ਹੋ ਜਾਂ ਆਪਣੀ ਐਸ਼ ਕਰਨ ਆ ਰਹੇ ਹੋ? ਉਹਨੇ ਠੀਕ ਕਿਹਾ, ਕਿਉਂਕਿ ਉਹਦੇ ਘਰ ਵਾਲੇ ਨੇ ਤਾਂ 4.5 ਸਾਲ ਐਸ਼ ਹੀ ਕੀਤੀ। ਉਹਨੇ ਕਿਸੇ ਦਾ ਦੁੱਖ ਨਹੀਂ ਦੂਰ ਕੀਤਾ, ਕਿਸੇ ਦੀ ਮੁਸੀਬਤਾਂ ਨਹੀਂ ਦੂਰ ਕੀਤੀਆਂ, ਕਿਸੇ ਨੂੰ ਕਿਸੇ ਕਿਸਮ ਦੀ ਰਾਹਤ ਨਹੀਂ ਪ੍ਰੋਵਾਈਡ ਕੀਤੀ, ਸਿਵਾਏ ਆਪਣੇ ਟੱਬਰ ਤੋਂ। ਸਾਰਾ ਟੱਬਰ, ਕੋਈ ਪੋਤਾ ਦੋਤਾ, ਮੁੰਡਾ ਕੁੜੀ ਜਮਾਈ ਛੱਡੇ ਨਹੀਂ ਜਿਹਨੇ ਲੁੱਟ ਨਾ ਮਾਰੀ। ਸਾਰੇ ਆ ਗਏ ਇੱਥੇ ਆਲੇ ਦੁਆਲੇ, ਸਮਝੇ ਕਿ ਨਹੀਂ? ਔਰ ਉਹ ਤੁਹਾਨੂੰ ਪਤਾ ਵੀ ਆਪਣੇ ਸੀਸਮਾਂ ਦੇ ਵਿੱਚ ਜਿਹੜਾ ਮਹਿਲ ਬਣਾਇਆ 8.5 ਏਕੜ ਦਾ, ਉਸ ਤੋਂ ਤਾਂ ਬਾਹਰ ਨਿਕਲਦਾ ਹੀ ਨਹੀਂ ਸੀ, ਉਸ ਤੋਂ ਕਦੇ ਬਾਹਰ ਨਹੀਂ ਨਿਕਲੇ। ਔਰ ਉੱਥੋਂ ਹੀ ਸਰਕਾਰ ਚੱਲਦੀ ਸੀ, ਉੱਥੋਂ ਕਿਸੇ ਨੂੰ ਮਿਲਦਾ ਨਹੀਂ ਸੀ। ਔਰ ਮੈਂ ਤਾਂ ਐਸੀਆਂ ਤਸਵੀਰਾਂ ਦੇਖੀਆਂ ਜਿਸ ਦੇ ਵਿੱਚ ਉਹ ਅਰੂਸਾ ਕੀ ਹੈਗੀ ਆ ਜਿਹੜੀ, ਉਹ ਹੁਣ ਕਹਿੰਦੇ ਆ ਨਾ ਵੀ ਜਿਹੜਾ ਇਹ ਹੈਗਾ ਨਵਜੋਤ ਸਿੰਘ ਸਿੱਧੂ, ਇਹਦੇ ਜੀ ਇਮਰਾਨ ਖਾਨ ਦੇ ਨਾਲ ਦੋਸਤਾਨਾ, ਉੱਥੇ ਦਾ ਜਿਹੜਾ ਚੀਫ ਆ ਆਰਮੀ ਦਾ ਬਾਜਵਾ, ਉਹਦੇ ਨਾਲ ਜੱਫੀਆਂ ਪਾਉਂਦਾ, ਉਹ ਵੀ ਜੱਫੀਆਂ ਪਾਉਂਦਾ। ਉਹਦੀ ਤਾਂ ਇਮਰਾਨ ਖਾਨ ਨਾਲ ਇੱਕ ਕ੍ਰਿਕਟ ਦੀ ਐਸੋਸੀਏਸ਼ਨ ਹੋ ਸਕਦੀ ਆ, ਕਿਉਂਕਿ ਇੰਨੀ ਉਹਦੇ 'ਚ ਵੀ ਕਾਬਲੀਅਤ ਨਹੀਂ ਕਿ ਉਸ ਗੱਲ ਦਾ ਪ੍ਰੋਪਰਲੀ ਉਹ ਜਵਾਬ ਦੇਵੇ। ਪਰ ਉਹ ਪੁੱਛੇ ਅਰੂਸਾ ਨਾਲ ਤੇਰੀ ਕਿਹੜੀ ਮਤਲਬ ਕੰਟੈਕਟ ਆ? ਉਹ ਪਾਕਿਸਤਾਨ ਦੀ ਸਿਟੀਜ਼ਨ ਆ, ਔਰ ਉਸ ਨੂੰ ਕਿਸ ਤਰ੍ਹਾਂ ਵੀਜ਼ਾ ਮਿਲ ਰਿਹਾ ਇੰਡੀਆ ਦੇ ਵਿੱਚ? ਉਸ ਲਈ ਗੁਨਾਹਗਾਰ ਆ ਮੋਦੀ ਤੇ ਅਮਰਿੰਦਰ ਇੱਕੋ ਹੀ ਚੀਜ਼ ਆ। ਔਰ ਹੁਣ ਵਾਹਾਂ ਚੱਲ ਰਹੀਆਂ ਨੇ ਵੀ ਬੀਜੇਪੀ ਚਲੇ ਜਾਓ, ਬੀਜੇਪੀ 'ਚ ਤਾਂ ਉਹ ਗਿਆ ਹੋਇਆ, ਅੱਜ ਦਾ ਥੋੜ੍ਹਾ ਗਿਆ ਹੋਇਆ। ਬੀਜੇਪੀ ਦੇ ਸਿਰ ਤੇ ਹੀ ਜਿੰਨੀਆਂ ਉਸ ਦੀਆਂ ਇਨਕੁਆਰੀਆਂ ਈਡੀ ਤੋਂ, ਇਨਕਮ ਟੈਕਸ ਤੋਂ, ਹੋਰ ਦੂਸਰੇ ਪਾਸਿਓਂ ਚੱਲ ਰਹੀਆਂ, ਉਹ ਰੁਕੀਆਂ ਵੀ।
ਉਹ ਮੋਦੀ ਦੇ ਕਹਿਣ ਤੇ ਹੀ ਰੁਕੀਆਂ, ਮੋਦੀ ਦੇ ਇਸ਼ਾਰੇ ਤੇ ਹੀ ਉਸਨੇ 4.5 ਸਾਲ ਸਿੱਖਾਂ ਦੇ ਉੱਤੇ ਜੋ ਜ਼ੁਲਮੋ ਸਿਤਮ ਕਮਾਏ ਔਰ ਸਿੱਖਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਬਦਨਾਮ ਕੀਤਾ ਹਰ ਪਹਿਲੂ ਤੋਂ, ਜੋ ਆਪ ਨਹੀਂ ਸੀ ਕਰ ਸਕਦੇ ਇਹ ਤੋਂ ਕਹਾਇਆ। ਤੋ ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਬੜੀ ਤਰਾਸਦੀ ਹੈ ਸਿੱਖਾਂ ਦੀ। ਸਿੱਖਾਂ ਦਾ ਕੋਈ ਚੀਫ ਮਿਨਿਸਟਰ ਰਹਿਨੁਮਾ ਹਾਲੇ ਤੱਕ ਆਇਆ ਨਹੀਂ। ਕਿੰਨਾ ਚੰਗਾ ਹੁੰਦਾ, ਕਿੰਨਾ ਮਤਲਬ ਰਾਹਤ ਮਿਲਦੀ ਸਿੱਖ ਭਾਵਨਾਵਾਂ ਨੂੰ ਜੇ ਇਹ ਬੰਦਾ ਚਰਨਜੀਤ ਸਿੰਘ ਚੰਨੀ ਇਹ ਵੀ ਕਹਿ ਦਿੰਦਾ ਵੀ ਜਿਹੜੇ ਨਿਰਦੋਸ਼ ਸਿੱਖਾਂ ਨੂੰ ਮਤਲਬ ਜੇਲ੍ਹਾਂ ਦੇ ਵਿੱਚ ਡੱਕਿਆ, ਜਿਹੜੇ ਆਪਣੀਆਂ ਕੈਦਾਂ ਕੱਟ ਚੁੱਕੇ ਆ, ਮੈਂ ਉਹਨਾਂ ਦਾ ਵੀ ਹਾਲ ਪੁੱਛੂੰਗਾ, ਮੈਂ ਉਹਨਾਂ ਨੂੰ ਵੀ ਰਾਹਤ ਦਊਂਗਾ। ਕੀ ਜ਼ਿੰਮੇਵਾਰੀ ਨਹੀਂ ਸਟੇਟ ਦੇ ਚੀਫ ਮਿਨਿਸਟਰ ਦੀ? ਜਿਹੜੇ ਬੇਗੁਨਾਹ ਲੋਕ ਜੇਲ੍ਹਾਂ ਦੇ ਵਿੱਚ ਸੜ ਰਹੇ ਆ, ਆਪਣੀਆਂ ਜਵਾਨੀਆਂ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਪਾ ਕੇ ਗਾਲ ਦਿੱਤੀਆਂ, ਤੇ ਉਹਨਾਂ ਨੂੰ ਰਾਹਤ ਨਹੀਂ ਮਿਲਣੀ ਚਾਹੀਦੀ। ਪਰ ਉਹ ਤਾਂ ਚੰਨੀ ਸਾਹਿਬ ਤਾਂ ਕਾਂਗਰਸ ਦੇ ਏਜੰਡੇ ਦੀ ਗੱਲ ਕਰ ਰਹੇ ਨਾ। ਫਿਰ ਕਾਂਗਰਸ ਦੇਖੋ, ਚੀਫ ਮਿਨਿਸਟਰ ਕਾਂਗਰਸ ਦਾ ਨਹੀਂ ਹੈ, ਚੀਫ ਮਿਨਿਸਟਰ ਸਟੇਟ ਦਾ। ਕਹਿ ਰਹੇ ਨਾ ਕਾਂਗਰਸ ਦੀ ਸਰਕਾਰ, ਸਭ ਤੋਂ ਪਹਿਲਾਂ ਮੇਰੇ ਲਈ ਕਾਂਗਰਸੀ ਵਰਕਰ ਜ਼ਰੂਰੀ ਹੈ। ਉਹ ਜੋ ਮਰਜ਼ੀ ਕਹੀ ਜਾਵੇ, ਪਰ ਚੀਫ ਮਿਨਿਸਟਰ ਸਟੇਟ ਦਾ ਜੀ, ਜੇ ਉਹ ਮਤਲਬ ਉਸ ਦੇ ਵਿੱਚ ਚੰਗੇ ਇਨਸਾਨੀਅਤ ਦੇ ਗੁਣ ਹੁੰਦੇ, ਜਿਵੇਂ ਉਹ ਗੁਰਦੁਆਰਾ ਸਾਹਿਬ 'ਚ ਗੁਰਦੁਆਰਾ ਮਾਨਵਤਾ ਦੇ ਲਈ ਹੈ, ਗੁਰਦੁਆਰਾ ਉਹਨਾਂ ਦੁਖੀ ਲੋਕਾਂ ਦੇ ਲਈ ਜਿਨ੍ਹਾਂ ਨੂੰ ਰਾਹਤ ਚਾਹੀਦੀ ਹੈ, ਰਾਹਤ ਪਹੁੰਚਾਉਣ ਦਾ ਇੱਕ ਬਹੁਤ ਵੱਡਾ ਸਥਲ ਹੈ, ਸੈਂਟਰ ਹੈ। ਤੋ ਇਸ ਕਰਕੇ ਚਾਹੀਦਾ ਸੀ ਚੰਨੀ ਨੂੰ ਕਿ ਉਹ ਖੁੱਲ੍ਹ ਕੇ ਕਹਿੰਦਾ, ਹੌਸਲੇ ਨਾਲ ਕਹਿੰਦਾ, ਹਿੰਮਤ ਨਾਲ ਕਹਿੰਦਾ ਵੀ ਜਿਨ੍ਹਾਂ ਲੋਕਾਂ ਨੂੰ, ਬੇਗੁਨਾਹ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ, ਜਿਹੜੇ ਆਪਣੀਆਂ ਜੇਲ੍ਹਾਂ ਕੱਟ ਚੁੱਕੇ ਆ, ਮੈਂ ਉਹਨਾਂ ਦੇ ਕੇਸ ਐਗਜ਼ਾਮਿਨ ਕਰਾਊਂਗਾ ਤੇ ਉਹਨਾਂ ਨੂੰ ਰਿਲੀਫ ਦਊਂਗਾ। ਅੱਜ ਜਿਹੜਾ ਅਕਾਲੀ ਦਲ ਆ, ਉਹਦੀ ਵੀ ਮਾਨਸਿਕਤਾ ਮਰ ਚੁੱਕੀ ਹੈ, ਉਹਦੀ ਵੀ ਆਤਮਾ ਮਰ ਚੁੱਕੀ ਹੈ, ਉਹਨਾਂ ਦੇ ਲੀਡਰਾਂ ਦੀ। ਕੋਈ ਇਸ ਚੀਜ਼ ਦੀ ਆਵਾਜ਼ ਨਹੀਂ ਉਠਾ ਰਿਹਾ। ਕਿੱਡੀ ਦੁਖਦਾਈ ਗੱਲ ਆ, ਕਿੱਡੀ ਮਤਲਬ ਬੇਚੈਨ ਕਰਨ ਵਾਲੀ ਗੱਲ ਆ। ਮੈਨੂੰ ਤਾਂ ਜਦੋਂ ਵੀ ਇਹ ਗੱਲਾਂ ਮੈਂ ਸੋਚਦਾ ਰਹਿਣਾ, ਮਤਲਬ ਪੜ੍ਹਦਾ ਰਹਿਣਾ, ਲਿਖਦਾ ਰਹਿਣਾ, ਬੋਲਦਾ ਰਹਿਣਾ, ਮੈਨੂੰ ਬੜਾ ਦੁੱਖ ਹੁੰਦਾ ਇਸ ਗੱਲ ਦਾ। ਕਿਹੜੇ ਚੀਫ ਮਿਨਿਸਟਰ, ਕਿਹਦੇ ਚੀਫ ਮਿਨਿਸਟਰ? ਕੋਈ ਭਵਿੱਖ ਹੈ ਪੰਜਾਬ ਦਾ? ਕਿਉਂਕਿ ਦੇਖੋ, ਮੈਂ ਭਵਿੱਖ ਹੀ ਦੱਸ ਰਿਹਾ, ਮੈਂ ਤਾਂ ਹਨੇਰੇ ਵਾਲਾ ਭਵਿੱਖ ਆ ਨਾ। ਹਲੇ ਮੈਨੂੰ ਕੋਈ ਨਜ਼ਰ ਨਹੀਂ ਆ ਰਿਹਾ, ਹਲੇ ਮੈਨੂੰ ਕੋਈ। ਔਰ ਮੈਂ ਹੈਰਾਨ ਹਾਂ ਚੰਨੀ ਸਾਹਿਬ ਦੇ ਐਡਵਾਈਜ਼ਰਾਂ ਦਾ। ਕਿਸ ਕਿਸਮ ਦੇ ਐਡਵਾਈਜ਼ਰ? ਕਾਹਦੇ ਤੁਸੀਂ ਭੰਗੜੇ ਪਾ ਰਹੇ? ਹਜ਼ਾਰਾਂ ਬੇਗੁਨਾਹ ਸਿੱਖ ਜੇਲ੍ਹਾਂ ਦੇ ਵਿੱਚ ਸੜ ਰਹੇ ਆ। ਉਹ ਵੀ ਮਾਵਾਂ ਦੇ ਪੁੱਤ ਆ, ਉਹਨਾਂ ਦੇ ਮਾਵਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਵਾਈਫਸ ਨੂੰ, ਉਹਨਾਂ ਦੀਆਂ ਵੀ ਕੋਈ ਸੈਂਟੀਮੈਂਟਸ, ਇਮੋਸ਼ਨਸ ਹੈਗੇ ਆ। ਜੇ ਇੱਕ ਵੀ ਬੰਦਾ ਦੁੱਖ ਦੇ ਵਿੱਚ ਹੈ ਤੁਹਾਡੇ ਰਾਜ ਦੇ ਵਿੱਚ, ਤੁਹਾਨੂੰ ਉਸ ਦੀ ਫੀਲਿੰਗਸ ਦੀ ਅੰਡਰਸਟੈਂਡ ਕਰਨਾ ਚਾਹੀਦਾ। ਉਹ ਤੁਸੀਂ ਕਹਿੰਦੇ ਹੋ ਰਣਜੀਤ ਸਿੰਘ ਦਾ ਰਾਜ, ਰਣਜੀਤ ਸਿੰਘ ਦੇ ਰਾਜ ਦਾ ਤੁਸੀਂ ਮਤਲਬ ਮੈਂ ਕਹਿੰਦਾ 1% ਵੀ ਫਾਲੋ ਕਰ ਲਓ। ਉਹ ਰਣਜੀਤ ਸਿੰਘ ਦਾ ਰਾਜ ਸਿੱਖੀ ਕਦਰਾਂ ਕੀਮਤਾਂ ਤੇ ਜੀ, ਤੋ ਸਿੱਖੀ ਕਦਰਾਂ ਕੀਮਤਾਂ, ਇਨਸਾਨੀ ਕਦਰਾਂ ਕੀਮਤਾਂ ਤੋਂ ਅੱਜ ਮੈਨੂੰ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਮਾफ़ ਕਰਨਾ, 2 ਦਿਨ ਹੋਏ ਆ, ਹੁਣ 2 ਦਿਨ ਦੇ ਵਿੱਚ ਵੀ ਤੁਹਾਡੀ ਸੋਚ ਕਿੱਥੇ ਆ, ਤੁਹਾਡਾ ਵਿਚਾਰ ਕਿੱਥੇ ਆ, ਤੁਹਾਡੀਆਂ ਭਾਵਨਾਵਾਂ ਕਿੱਥੇ ਆ, ਉਹ ਨਜ਼ਰ ਨਹੀਂ ਮੈਨੂੰ ਆ ਰਹੀ। ਐਵੇਂ ਮਤਲਬ ਕਹੀ ਜਾਣਾ ਮੈਂ ਰੇਤੇ ਦਾ ਮਾਫੀਆ, ਔਰ ਰੇਤੇ ਦੇ ਮਾਫੀਏ ਖਤਮ ਨਹੀਂ ਹੋਣੇ। ਉਹਨਾਂ ਦੀਆਂ ਜੜ੍ਹਾਂ ਬਹੁਤ ਡੂੰਘੀਆਂ, ਉਹਨਾਂ ਦੀਆਂ ਜੜ੍ਹਾਂ ਬਹੁਤ ਡੂੰਘੀਆਂ। ਉਹਨਾਂ ਦੀਆਂ ਜੜ੍ਹਾਂ ਬਾਦਲਾਂ ਤੋਂ ਲੈ ਕੇ, ਅਮਰਿੰਦਰ ਤੋਂ ਲੈ ਕੇ ਹੋਰ ਇਹਨਾਂ ਦੇ ਮਿਨਿਸਟਰਾਂ ਤੱਕ ਬਹੁਤ ਦੂਰ ਤੱਕ ਪਹੁੰਚੇ, MLA ਤੱਕ ਪਹੁੰਚੇ। ਤੋ ਇਸੇ ਤਰੀਕੇ ਨਾਲ ਡਰੱਗ ਮਾਫੀਆ ਕਰੋ, ਡਰੱਗ ਮਾਫੀਆ ਦਾ ਜਿਹੜੀਆਂ ਰਿਪੋਰਟ ਆ ਕਿਉਂ ਨਹੀਂ ਤੁਸੀਂ ਜ਼ਾਹਰ ਕਰਦੇ? ਇਹ ਕਹਿਣੀ ਚਾਹੀਦੀ ਸੀ ਚੰਨੀ ਸਾਹਿਬ ਨੂੰ, ਮੈਂ ਰਿਪੋਰਟ ਜ਼ਾਹਰ ਕਰੂੰਗਾ ਜਗ ਜ਼ਾਹਰ, ਤਾਂ ਕਿ ਪਤਾ ਲੱਗ ਜਾਵੇ ਕਿਹੜੇ ਲੋਕ ਆ ਗੁਨਾਹਗਾਰ, ਕਿਹਨਾਂ ਨੇ। ਉਹ ਸਾਰਾ ਚੀਫ ਮਿਨਿਸਟਰਾਂ ਨੇ ਪੈਸੇ ਖਾਧੇ ਉਹਦੇ। ਤੋ ਇਸੇ ਤਰੀਕੇ ਨਾਲ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਜ਼ੁਲਮੋ ਸਿਤਮ ਕੀਤਾ ਪੰਜਾਬ ਦੇ ਵਿੱਚ, ਉਹਨਾਂ ਨੂੰ ਜਗ ਜ਼ਾਹਰ ਕਰਨਾ ਚਾਹੀਦਾ, ਉਹਨਾਂ ਨੂੰ ਕਟਹਿਰੇ 'ਚ ਖੜਾ ਕਰਨਾ ਚਾਹੀਦਾ। ਔਰ ਇਸੇ ਕਿਸਮ ਦੀ, ਜਿਵੇਂ ਤੁਸੀਂ ਕਹਿੰਦੇ ਹੋ ਵੀ ਜੇ ਅਮਰਿੰਦਰ ਨੂੰ ਤੁਸੀਂ ਲਾਇਆ ਗੱਦੀ ਤੋਂ, ਇਸ ਕਰਕੇ ਲਾਇਆ ਵੀ ਉਸਨੇ ਕੋਈ ਕਿਸੇ ਕਿਸਮ ਦੀ ਉਹਦੀ ਪਰਫਾਰਮੈਂਸ ਨਹੀਂ। ਜੇ ਨਹੀਂ ਪਰਫਾਰਮੈਂਸ ਤਾਂ ਉਹਨੇ ਕਰਪਸ਼ਨ ਕੀਤੀ ਹੈ, ਉਹਦੇ ਤੇ ਤੁਸੀਂ ਕਿਉਂ ਉਹਨੂੰ ਐਗਜ਼ੋਨੇਰੇਟ ਕਰ ਰਹੇ ਹੋ? ਉਹਨੂੰ ਕਟਹਿਰੇ 'ਚ ਖੜਾ ਕਰੋ, ਉਸ ਦੇ ਉੱਤੇ ਮਤਲਬ ਟਰਾਇਲ ਹੋਵੇ, ਕਮਿਸ਼ਨ ਅਪਾਇੰਟ ਹੋਵੇ, ਉਹ ਵੀ 2 ਮਹੀਨੇ 1.5 ਮਹੀਨੇ ਦਾ, ਤੇ ਉਸ ਦੇ ਉੱਤੇ ਮਤਲਬ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ। ਕਿਉਂਕਿ 4.5 ਸਾਲ 'ਚ ਪੰਜਾਬ ਦੀ ਜਿਹੜੇ ਸਰਮਾਇਆ ਦਾ ਵੇਸਟ ਹੋਇਆ ਹੀ ਇਹਨਾਂ 'ਚ ਕੰਮ ਨਹੀਂ ਹੋਇਆ। ਬਹੁਤ ਜ਼ਿਆਦਾ ਅਨਐਮਪਲੋਇਮੈਂਟ ਕਿੰਨੀ ਵੱਧ ਗਈ ਹੈ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜਿਹੜੇ ਲੋਕ ਬੈਠੇ ਆ ਧਰਨਿਆਂ ਦੇ ਉੱਤੇ, ਚਲੇ ਜਾਓ ਕੰਮ ਤੇ, ਕਿਸ ਉਮੀਦ ਨਾਲ ਜਾਣ? ਕਿਹੜੀ ਉਮੀਦ ਤੁਸੀਂ ਦਿਖਾ ਰਹੇ ਹੋ ਉਹਨਾਂ ਨੂੰ? ਤੋ ਸਾਰਾ ਪੈਸਾ ਤਾਂ ਉਹ ਚੱਟ ਕੇ ਲੈ ਗਿਆ।
ਔਰ ਉਸ ਚੱਟ ਕੇ ਕੀ ਲੈ ਗਿਆ, ਉਹ ਜ਼ਾਹਰ ਕਰੋ ਫੋਟੋਆਂ ਪਬਲਿਕ ਦੇ ਵਿੱਚ ਆ, ਜਿਸ ਤਰੀਕੇ ਨਾਲ ਸ਼ਰਾਬ ਪੀ ਕੇ ਕੰਜਰਖਾਨੇ ਹੁੰਦੇ ਸੀ ਉੱਥੇ, ਜਿਹੜਾ ਇਹਦਾ ਮਹਿਲ ਬਣਾਇਆ 8.5 ਏਕੜ ਦਾ। ਕਿਉਂ ਇਹ ਜਾਵੇ, ਕਿਉਂ ਇਹਦੀ ਵਾਈਫ ਦੀ ਹਿੰਮਤ ਹੋਵੇ ਵੀ 4.5 ਸਾਲ ਐਸ਼ ਕੀਤੀ ਹੈ, ਉਹ ਕਢਾ ਲਓ ਸਟੇਟਮੈਂਟ, ਉਹ ਕਢਾ ਲਓ ਸਟੇਟਮੈਂਟ। ਮਤਲਬ ਕਿਸ ਕਿਸਮ ਦੀ ਹਮਾਕਤ ਆ, ਕਿਸ ਕਿਸਮ ਦੀ ਜ਼ਹਿਨੀਅਤ ਆ, ਕਿਸ ਕਿਸਮ ਦੀ ਮਾਨਸਿਕਤਾ ਇਹਨਾਂ ਲੋਕਾਂ ਦੀ ਕਿ ਤੁਸੀਂ ਇਹ ਕਹਿ ਰਹੇ ਹੋ 4.5 ਸਾਲ ਉਹਨਾਂ ਨੇ ਐਸ਼ ਕੀਤੀ ਹੈ। ਉਹ ਐਸ਼ ਕਰਨ ਲਈ ਤੁਸੀਂ ਇੱਥੇ ਆਉਂਦੇ, ਇਹ ਸੇਵਾ ਹੈ, ਸੇਵਾ ਕਰਨ ਦੀ ਬਜਾਏ ਤੁਸੀਂ ਐਸ਼ ਕਰਦੇ ਹੋ। ਬੜੇ ਦੁੱਖ ਦੀ ਗੱਲ ਆ, ਅੱਜ ਤੱਕ ਕੋਈ ਇੱਕ ਬੰਦਾ ਕਹਿ ਦੇ ਕਿ ਫਲਾਂ ਚੀਫ ਮਿਨਿਸਟਰ ਪੰਜਾਬ ਨੇ ਆਹ ਕੰਮ ਪੰਜਾਬ ਦੇ ਲਈ ਕੀਤਾ। ਮੈਂ ਇਹ ਕਹਿ ਦੇ, ਇੱਕ ਲਛਮਣ ਸਿੰਘ ਗਿੱਲ ਦੀ ਸਰਕਾਰ ਸੀ, 9-10 ਮਹੀਨੇ ਚੱਲੀ ਆ, ਉਸ ਬੰਦੇ ਨੇ ਸੜਕਾਂ ਪੰਜਾਬ ਦੇ ਪਿੰਡਾਂ ਨੂੰ ਬਣਾਈਆਂ, ਇਹ ਬੜਾ ਵਧੀਆ ਕੰਮ ਕੀਤਾ ਉਸ ਬੰਦੇ ਦੀ ਇੱਕ ਪੋਜ਼ੀਟਿਵ ਗੱਲ ਹੈ। ਲੇਕਿਨ ਉਸ ਦੇ ਬਗੈਰ ਹਰ ਬੰਦੇ, ਔਰ ਉਹ ਵੀ ਬਾਅਦ ਦੇ ਵਿੱਚ ਜਦੋਂ ਗੁਰਨਾਮ ਸਿੰਘ ਉਹਦੇ ਮਗਰ ਪੈ ਗਿਆ, ਉਹ ਹਾਰਟ ਫੇਲ ਹੋ ਕੇ ਮਰਿਆ ਜਦੋਂ ਗੱਦੀ ਤੋਂ ਲੈ ਗਿਆ। ਉਹਦੀ ਜਿਹੜੀ ਸਰਕਾਰ ਸੀ ਮਾਈਨੋਰਿਟੀ ਗਵਰਨਮੈਂਟ ਸੀ, ਬਾਹਰੋਂ ਕਾਂਗਰਸ ਨੇ ਸਪੋਰਟ ਦਿੱਤੀ, ਉਹਨੇ 9-10 ਮਹੀਨੇ ਸਰਕਾਰ ਚਲਾਈ। ਤਾਂ ਉਹ ਡਾਕਟਰ ਰੰਧਾਵਾ ਨੇ ਉਹਨੂੰ ਐਡਵਾਈਸ ਦਿੱਤੀ ਵੀ ਪੰਜਾਬ ਦੇ ਪਿੰਡਾਂ ਨੂੰ ਸੜਕਾਂ ਦੇ ਨਾਲ ਜੋੜ ਦਿਓ ਤਾਂ ਪੰਜਾਬ ਦੇ ਵਿੱਚ ਖੁਸ਼ਹਾਲੀ ਹੋਏਗੀ, ਇਕਨੋਮਿਕ ਡਿਵੈਲਪਮੈਂਟ ਹੋਏਗੀ। ਬੜਾ ਵਧੀਆ ਸਟੈਪ ਸੀਗਾ, ਉਸ ਨੇ ਕੀਤਾ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਐਡਵਾਈਸ ਦੇ ਉੱਤੇ। ਤੋ ਮੇਰਾ ਮਤਲਬ ਕਹਿਣ ਤੋਂ ਇਹ ਆ, ਗੁਰਨਾਮ ਸਿੰਘ ਦਾ ਤੁਸੀਂ ਲੈ ਲਓ, ਕਿਸੇ ਦਾ ਵੀ ਲੈ ਲਓ, ਦਰਬਾਰਾ ਸਿੰਘ ਦਾ ਲੈ ਲਓ, ਹਰਚੰਦ ਸਿੰਘ ਲੌਂਗੋਵਾਲ ਦਾ ਲੈ ਲਓ, ਬਰਨਾਲੇ ਦਾ ਲੈ ਲਓ, ਬਰਨਾਲੇ ਦਾ ਲੈ ਲਓ। ਔਰ ਮੈਂ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਦੱਸਦਾ, ਬਰਨਾਲੇ ਦੇ ਕੋਲ ਕੋਈ ਹਿੰਦੂ ਗਏ ਜੀ, ਉਹਨਾਂ ਨੇ ਉਹਦੇ ਕੋਲ ਸ਼ਿਕਾਇਤ ਕੀਤੀ ਕਿ ਬਰਨਾਲਾ ਸਾਹਿਬ ਤੁਹਾਡੀ ਸਰਕਾਰ ਦੇ ਵਿੱਚ ਕੋਈ ਹਿੰਦੂਆਂ ਦਾ ਤਾਂ ਨੁਮਾਇੰਦਾ ਹੈ ਨਹੀਂ। ਉਹ ਇਸ਼ਾਰਾ ਕਰਕੇ ਬਲਵੰਤ ਸਿੰਘ ਨੂੰ ਕਹਿੰਦੇ ਆ ਤੁਹਾਡਾ ਆਹ ਨੁਮਾਇੰਦਾ ਹਿੰਦੂਆਂ ਦਾ ਹੀ ਨੁਮਾਇੰਦਾ। ਤਾਂ ਮੇਰਾ ਮਤਲਬ ਕਹਿਣ ਦਾ ਇਹ ਆ, ਪੰਜਾਬ ਦੇ ਵਿੱਚ ਜਿਹੜੇ ਨੁਮਾਇੰਦੇ ਆ ਮਸੰਦ, ਉਹ ਸਿੱਖੀ ਸਰੂਪ ਦੇ ਵਿੱਚ ਉਹ ਕਿਹਦੇ ਨੁਮਾਇੰਦੇ ਆ? ਕਿਉਂਕਿ ਸਿੱਖਾਂ ਕੋਲ ਤਾਂ ਵਿਚਾਰੇ ਫਾਰਮਰ ਕਿਸੇ ਨੂੰ ਕੀ ਪੈਸਾ ਦੇ, ਪੈਸਾ ਤਾਂ ਹਿੰਦੂਆਂ ਦੇ ਕੋਲ ਆ, ਇੰਡਸਟਰੀ ਉਹਨਾਂ ਦੇ ਕੋਲ ਆ, ਬਿਜ਼ਨਸ ਉਹਨਾਂ ਦੇ ਕੋਲ ਆ, ਸਾਰਾ ਕੁਝ ਉਹਨਾਂ ਦੇ ਕੋਲ ਆ। ਤਾਂ ਮੇਰਾ ਮਤਲਬ ਇਹ ਗੱਲ ਅਖਬਾਰਾਂ ਵਿੱਚ ਨਿਕਲੀ ਵੀ ਆ, ਇਹ ਗੱਲ ਜੱਗ ਜ਼ਾਹਰ ਹੋਈ ਵੀ ਆ। ਉਹਨੇ ਸਿੱਧਾ ਕਰਕੇ ਇਸ਼ਾਰਾ ਕੀਤਾ ਵੀ ਆਹ ਬਲਵੰਤ ਸਿੰਘ ਬੈਠਾ, ਇਹ ਹਿੰਦੂਆਂ ਦਾ ਹੀ ਨੁਮਾਇੰਦਾ, ਸਿੱਖਾਂ ਦਾ ਥੋੜ੍ਹਾ ਨੁਮਾਇੰਦਾ। ਤਾਂ ਮੇਰਾ ਮਤਲਬ ਕਹਿਣ ਦਾ ਇਹ ਆ, ਅਮਰਿੰਦਰ ਸਿੰਘ ਜਿਹੜਾ ਕਿਹਦਾ ਨੁਮਾਇੰਦਾ ਸੀ? ਉਹ ਮੋਦੀ ਦਾ ਨੁਮਾਇੰਦਾ, ਮਾਫ਼ ਕਰਨਾ ਭੁਲੇਖਾ ਨਾ ਪਾ ਲਿਓ। ਇਸੇ ਤਰੀਕੇ ਨਾਲ ਦਰਬਾਰਾ ਕਿਹਦਾ ਨੁਮਾਇੰਦਾ ਸੀ? ਉਹ ਇੰਦਰਾ ਗਾਂਧੀ ਦਾ। ਤੋ ਇਹ ਸਾਰੇ ਜਿਹੜੇ ਸਿੱਖਾਂ ਦਾ ਕੋਈ ਨੁਮਾਇੰਦਾ ਨਹੀਂ, ਪੰਜਾਬ ਦਾ ਕੋਈ ਨੁਮਾਇੰਦਾ ਨਹੀਂ, ਤੋ ਇਨਸਾਨੀਅਤ ਦਾ ਵੀ ਕੋਈ ਨੁਮਾਇੰਦਾ ਨਹੀਂ। ਇਹ ਲੋਕ ਬੇਰਹਿਮ, ਕਿਸੇ ਦੇ ਸਕੇ ਨਹੀਂ, ਕਿਸੇ ਦੇ ਸਕੇ ਨਹੀਂ, ਸਿਵਾਏ ਪੈਸੇ ਦੇ ਸਕੇ ਆ। ਮਾਫ਼ ਕਰਨਾ। ਤੋ ਰੱਬ ਬਖਸ਼ ਲੇ। ਅਸੀਂ ਤਾਂ ਇਹੀ ਸੱਚੇ ਪਾਤਸ਼ਾਹ ਨੂੰ ਅਰਦਾਸ ਕਰਦੇ ਹਾਂ, ਹੇ ਸੱਚੇ ਪਾਤਸ਼ਾਹ ਅਕਾਲ ਪੁਰਖ ਚੰਨੀ ਨੂੰ ਸਮੱਤ ਦੇ ਦੇ। ਜੇ ਸਮੱਤ ਦੇ ਦੇ, ਕੋਈ ਗੱਲ ਕਰ ਸਕੇ ਕਰ ਦੇਵੇ, ਵਰਨਾ ਟਾਈਮ ਤਾਂ ਇਹਦੇ ਕੋਲ 4 ਮਹੀਨੇ ਦਾ ਹੀ ਹੈ। ਬਿਲਕੁਲ, ਅੱਗੇ ਜਾ ਕੇ ਚੋਣ ਜ਼ਾਬਤਾ ਵੀ ਲੱਗ ਅੱਗੇ ਜਾ ਕੇ ਜੋ ਚੋਣ ਜ਼ਾਬਤਾ, ਜੋ ਤਾਂ ਕਨਸਟੀਟਿਊਸ਼ਨਲੀ ਜੋ ਵੀ ਹੋਏਗਾ, ਪਰ ਹਿੰਮਤ ਨਾਲ ਹੋਏਗਾ, ਆਪਣੇ ਵਿੱਚ ਸਟਰੈਂਥ ਮੋਰੈਲਿਟੀ ਦੀ ਪਾ ਕੇ ਹੋਏਗਾ, ਗੁਰੂ ਨੂੰ ਸਮਰਪਿਤ ਕਰਕੇ ਹੋਏਗਾ, ਵਰਨਾ ਨਹੀਂ ਹੋਏਗਾ। ਔਰ ਜਿਸ ਤਰੀਕੇ ਨਾਲ ਦੂਸਰੇ ਲੋਕ ਗਏ ਆ, ਅਨਵੈਪਟ ਅਨਸੰਗ, ਅਨਵੈਪਟ ਅਨਸੰਗ, ਕੋਈ ਰੋਇਆ ਨਹੀਂ ਅਮਰਿੰਦਰ ਦੇ ਜਾਣ ਤੇ, ਸਾਰੇ ਪੰਜਾਬ ਨੇ ਖੁਸ਼ੀ ਮਨਾਈ ਆ, ਦਫਾ ਹੋਇਆ। ਤੋ ਇਸੇ ਤਰੀਕੇ ਨਾਲ ਦਰਬਾਰਾ ਗਿਆ, ਇਸੇ ਤਰੀਕੇ ਨਾਲ ਬਰਨਾਲਾ ਗਿਆ, ਇਸੇ ਤਰੀਕੇ ਨਾਲ ਬਾਦਲ ਗਿਆ। ਕੀ ਲੈ ਗਏ ਇਸ ਦੁਨੀਆ ਦੇ ਵਿੱਚੋਂ? ਪੈਸਾ ਜ਼ਰੂਰ ਲੈ ਗਏ, ਪੈਸਾ ਜ਼ਰੂਰ ਲੈ ਗਏ, ਲੇਕਿਨ ਮਤਲਬ ਲੋਕਾਂ ਦੀ ਗੁੱਡਵਿਲ ਲੈ ਕੇ ਨਹੀਂ ਗਏ। ਉਹ ਹੋਵੇ ਲੀਡਰ ਜਿਹੜਾ ਲੋਕਾਂ ਦੀ ਗੁੱਡਵਿਲ ਲੈ ਕੇ ਜਾਵੇ, ਲੋਕਾਂ ਦੀਆਂ ਅਸੀਸਾਂ ਲੈ ਕੇ ਜਾਵੇ, ਲੋਕਾਂ ਦੀਆਂ ਭਾਵਨਾਵਾਂ ਉਹਦੇ ਨਾਲ ਜੁੜੀਆਂ ਹੋਣ। ਮੈਂ ਕਹਿੰਦਾ ਉਹਦੇ ਕੋਲ ਕੱਖ ਵੀ ਨਾ ਹੋਵੇ, ਉਹਦੇ ਕੋਲ ਫੇਰ ਵੀ ਲੱਖਾਂ ਹੈ। ਜੀ ਸੋ ਸਰ, ਤੁਹਾਡਾ ਬਹੁਤ ਧੰਨਵਾਦ।